ਸਤਿ ਸ਼੍ਰੀ ਅਕਾਲ ਦੋਸਤੋ, मैं ਤੁਹਾਡਾ ਆਪਣਾ ਜਸਵੀਰ ਸਿੰਘ ਜਾਨੀ ਜੱਸੀ ਬਾਈ। ਦੋਸਤੋ ਤੁਸੀਂ ਵੇਖ ਰਹੇ ਹੋ ਵੀ ਪੰਜਾਬੀ ਜਾਣੀ ਕਿ ਵਿਰਸਾ ਪੰਜਾਬੀ। ਆਪਾਂ ਸਾਡੇ ਚੈਨਲ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਤਪ ਸਥਾਨ ਜਿਹੜੇ ਦੁਨੀਆ ਦੀ ਨਜ਼ਰ ਦੇ ਵਿੱਚੋਂ ਵਾਂਝੇ ਆ, ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਅੱਜ ਆਪਾਂ ਪਹੁੰਚੇ ਆ ਪਿੰਡ ਰਾਮਗੜ੍ਹ ਭੁੱਲਰ, ਜਿਹੜਾ ਕਿ ਜਗਰਾਓਂ ਤੋਂ ਤਕਰੀਬਨ 4 ਕਿਲੋਮੀਟਰ ਤੇ ਜਲੰਧਰ ਤੋਂ ਤਕਰੀਬਨ 60 ਕਿਲੋਮੀਟਰ ਦੂਰੀ ਤੇ ਹੈ। ਤੋ ਦੋਸਤੋ ਇੱਥੋਂ ਦੇ ਜੰਪਲ ਸੰਤ ਬਾਬਾ ਮੱਘਰ ਸਿੰਘ ਜੀ, ਜਿਨ੍ਹਾਂ ਦੀ ਦੇਣ ਦੁਨੀਆ ਦੇ ਵਿੱਚ ਹੀ ਬਹੁਤ ਵੱਡੀ ਆ, ਜਿਨ੍ਹਾਂ ਨੇ ਬਹੁਤ ਜ਼ਿਆਦਾ ਗੁਰਦੁਆਰੇ ਤਿਆਰ ਕਰਵਾਏ। ਦੀ ਕਾਰ ਸੇਵਾ ਸ਼ੁਰੂ ਤੋਂ ਚੱਲਦੀ ਆ ਰਹੀ, ਪਰ ਇਸ ਟਾਈਮ ਉਹ ਦੁਨੀਆ ਵਿੱਚ ਨਹੀਂ ਹਨ। ਉਹਨਾਂ ਦਾ ਇੱਥੇ ਤਪ ਸਥਾਨ ਹੈ, ਜਨਮ ਸਥਾਨ ਹੈ। ਤੁਹਾਨੂੰ ਲੈ ਕੇ ਜਾਂਦੇ ਆ, ਕਰਾਉਂਦੇ ਆ ਦਰਸ਼ਨ, ਤੇ ਕੁਝ ਜਿਹੜੇ ਉੱਥੇ ਮਹਾਪੁਰਸ਼ ਜਿਹੜੇ ਬੈਠੇ ਆ ਉਹਨਾਂ ਦੇ ਨਾਲ ਬਚਨ ਵਿਲਾਸ ਕਰਾਂਗੇ, ਤਾਂ ਜੋ ਕਿ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ। ਦਿਖਾਉਂਦੇ ਆ ਤੁਹਾਨੂੰ ਪਿੰਡ ਰਾਮਗੜ੍ਹ ਭੁੱਲਰ। ਤਾਂ ਦੋਸਤੋ ਅਸੀਂ ਤੁਹਾਨੂੰ ਪਿੰਡ ਦੇ ਵਿੱਚ ਐਂਟਰ ਹੋਏ ਆ, ਤੁਹਾਨੂੰ ਦਿਖਾਇਆ, ਤੇ ਹੁਣ ਅਸੀਂ ਖੜੇ ਆ ਪਿੰਡ ਦੇ ਵਿੱਚ ਹੀ ਇੱਕ ਜਿਹੜੇ ਕਿ ਬਿਰਧ ਸ਼ਰੀਰ ਗੁਰੂ ਗ੍ਰੰਥ ਸਾਹਿਬ, ਸਾਡੇ 11ਵੇਂ ਪਿਤਾ, ਸਾਡੇ 11ਵੇਂ ਗੁਰੂ, ਜਿਨ੍ਹਾਂ ਦੀ ਬਿਰਧ ਆਸ਼ਰਮ ਦੇ ਵਿੱਚ ਬਿਰਧ ਹੋ ਜਾਂਦੇ ਆ, ਉਹਨਾਂ ਦਾ ਇੱਥੇ ਅੰਤਮ ਸੰਸਕਾਰ ਕੀਤਾ ਜਾਂਦਾ। ਉਹ ਅਸੀਂ ਅੰਗੀਠਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ। ਪਹਿਲਾਂ ਆਓ ਤੁਹਾਨੂੰ ਦਿਖਾਉਂਦੇ ਆ ਅੰਗੀਠਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ। ਸੰਗਤਾਂ ਸਾਡੇ ਨਾਲ ਹੈ, ਮਹਾਂਪੁਰਸ਼ ਸਾਡੇ ਨਾਲ ਹੈ, ਜਿਨ੍ਹਾਂ ਨੇ ਸਾਨੂੰ ਇਸ ਬਾਰੇ ਸਾਰੀ ਜਾਣਕਾਰੀ ਪ੍ਰੋਵਾਈਡ ਕਰਨਗੇ। ਹਾਂਜੀ, ਤੇ ਅਸੀਂ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਣ ਲੱਗੇ ਆ। ਦਿਖਾਉਂਦੇ ਆ ਤੁਹਾਨੂੰ। ਬਾਬਾ ਜੀ ਉਹਨਾਂ ਨਾਲ ਦੀ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਸਾਨੂੰ ਇਸ ਬਾਰੇ ਜਾਣਕਾਰੀ ਦਿਓ, ਜਿਹੜਾ ਇਹ ਅੰਗੀਠਾ ਸਾਹਿਬ ਤਿਆਰ ਕੀਤਾ ਗਿਆ ਹੈ, ਜਿੱਥੇ ਬਿਰਧ ਸਰੂਪ ਜਿਹੜੇ ਆਪਣੇ ਸੰਸਕਾਰ ਕੀਤਾ ਜਾਂਦਾ, ਉਹਨਾਂ ਦਾ, ਇਹਨਾਂ ਬਾਰੇ ਜਾਣਕਾਰੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੀ ਤਕਰੀਬਨ 10-12 ਸਾਲ ਤੋਂ ਜਵੱਦੀ ਤੋਂ ਇੱਕ ਗੁਰਸਿੱਖ ਪਿਆਰੇ ਨੇ, ਭਾਈ ਬਾਬਾ ਨਰਿੰਦਰ ਸਿੰਘ ਜੀ, ਤੇ ਉਹਨਾਂ ਨੇ ਇਹ ਸੇਵਾ ਦਾ ਜੁਮਾ ਲੈ ਕੇ ਵੀ ਜੋ ਗੁਰੂ ਸਾਹਿਬ ਜੀ ਦੇ ਬਿਰਧ ਸਰੂਪ ਪੋਥੀਆਂ ਬਿਰਧ ਹੋ ਜਾਂਦੀਆਂ ਸਨ, ਤੇ ਬਹੁਤ ਥਾਵਾਂ 'ਤੇ ਉਹਨਾਂ ਦੀ ਕਈ ਥਾਂ 'ਤੇ ਬੇਅਦਬੀ ਹੋ ਜਾਂਦੀ ਸੀ। ਫਿਰ ਉਹਨਾਂ ਨੇ ਚਲੋ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਥੇ ਸਥਾਨ ਲੈ ਕੇ ਜੀ, ਤੇ ਉਦੋਂ ਤੋਂ ਉਹਨਾਂ ਨੇ ਸੇਵਾ ਆਰੰਭ ਕੀਤੀ ਹੈ। ਤੇ ਜੋ ਹਰੇਕ ਮਹੀਨੇ ਦੇ ਤਕਰੀਬਨ ਤੀਸਰੇ ਕੁ ਬੁੱਧਵਾਰ ਇੱਥੇ ਸੇਵਾ ਹੁੰਦੀ ਰਹੀ ਸੀ। ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੇਵਾ। ਮਹੀਨੇ ਦੇ ਲਾਸਟ ਬੁੱਧਵਾਰ ਜਾਂ ਸਟਾਰਟ ਬੁੱਧਵਾਰ ਦੇ ਵਿੱਚ? ਤੀਸਰੇ ਬੁੱਧਵਾਰ। ਹਾਂਜੀ, ਤੀਸਰੇ ਬੁੱਧਵਾਰ ਜਾਣੀ ਕਿ ਇੱਥੇ ਸੇਵਾ ਚੱਲਦੀ ਸੀਗੀ। ਸੰਗਤਾਂ ਉੱਥੋਂ ਲੁਧਿਆਣੇ ਤੋਂ ਆਉਂਦੀਆਂ ਨੇ, ਇੱਥੋਂ ਲਾਗੂ ਚਾਗੂ ਪਿੰਡਾਂ ਦੀਆਂ ਇਕੱਠੀਆਂ ਹੋ ਕੇ ਫਿਰ ਇੱਥੇ ਸਮਾਗਮ ਵਾਂਗੂ ਸਮਾਗਮ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ, ਤੇ ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਸਾਰਾ ਉਹ ਕਾਰਜ ਕੀਤਾ ਜਾਂਦਾ। ਹਾਂਜੀ, ਇਹ ਜਿਹੜੀ ਕਮੇਟੀ ਲੁਧਿਆਣੇ ਦੀ ਹੈ ਜੀ ਸਾਰੀ? ਹਾਂਜੀ, ਮੇਨ ਲੁਧਿਆਣੇ ਤੋਂ ਆ, ਬਾਕੀ ਇੱਥੋਂ ਪਿੰਡੋਂ ਵੀ ਕੁਝ ਮੈਂਬਰ ਨੇ ਨਾਲ ਜੁੜਦੇ ਨੇ। ਹਾਂਜੀ, ਤੁਹਾਨੂੰ ਦਰਸ਼ਨ ਕਰਾਉਂਦੇ ਆ ਅੰਗੀਠਾ ਸਾਹਿਬ ਦੇ। ਹਾਂਜੀ, ਤੇ ਆਪਾਂ ਪਹੁੰਚ ਚੁੱਕੇ ਹਾਂ ਅੰਗੀਠਾ ਸਾਹਿਬ ਦੇ ਵਿੱਚ। ਇਸ ਟਾਈਮ ਉਸ ਅੰਗੀਠਾ ਸਾਹਿਬ ਨੂੰ ਅੰਦਰ ਤੋਂ ਮਤਲਬ ਲੌਕ ਕੀਤਾ ਹੋਇਆ ਹੈ, ਪਰ ਸੰਗਤਾਂ ਦੇ ਦੱਸਣ ਦੇ ਮੁਤਾਬਕ ਇਸ ਜਗ੍ਹਾ ਦੇ ਉੱਤੇ ਜਿਹੜੇ ਬਿਰਧ ਸਾਡੇ ਗੁਰੂ ਗ੍ਰੰਥ ਸਾਹਿਬ ਹੈ, ਉਹਨਾਂ ਦੇ ਅੰਤਮ ਸੰਸਕਾਰ ਗੁਰੂ ਮਹਾਰਾਜ ਦੀ ਮਰਿਆਦਾ ਦੇ ਅਨੁਸਾਰ ਕੀਤੇ ਜਾਂਦੇ ਆ। ਤੋ ਦਿਖਾਉਂਦੇ ਆ ਤੁਹਾਨੂੰ। ਕੈਮਰਾਮੈਨ ਨੂੰ ਕਹਾਂਗੇ ਕਿ ਉਹ ਅੰਗੀਠਾ ਸਾਹਿਬ ਦੇ ਦਰਸ਼ਨ ਕਰੋ। ਸੰਗਤਾਂ ਦੇ ਦੱਸਣ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਇੱਥੇ ਮਤਲਬ ਜਿਹੜੇ ਸਰੂਪ ਆਉਂਦੇ ਆ, ਤੇ ਪਰ ਉਹਨਾਂ ਨੂੰ ਅੱਗੇ ਸ਼੍ਰੋਮਣੀ ਕਮੇਟੀ ਦੇ ਅੰਡਰ ਭੇਜ ਦਿੱਤਾ ਜਾਂਦਾ। ਗੱਲ ਕਰਦੇ ਆ ਪ੍ਰਧਾਨ ਸਾਹਿਬ ਨਾਲ। ਵੀਰ ਜੀ, ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜੇ ਸਰੂਪ ਹੁਣ ਵੀ ਇੱਥੇ ਸੰਸਕਾਰ ਕੀਤਾ ਜਾਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ। ਇਹ ਜੀ ਆਪਣੇ ਸ਼੍ਰੋਮਣੀ ਕਮੇਟੀ ਦੇ ਦੇਸ਼ਾਂ ਅਨੁਸਾਰ 3 ਸਾਲ ਤੋਂ ਲਗਭਗ ਬੰਦ ਪਏ ਆ। ਉਸ ਤੋਂ ਪਹਿਲਾਂ ਇੱਥੇ ਹੁੰਦੇ ਸੀਗੇ, ਹੁਣ ਵੀ ਸਰੂਪ ਆ ਰਹੇ ਆ। ਉਸ ਤੋਂ ਸਿੱਧੇ ਗੋਂਦਵਾਲ ਸਾਹਿਬ ਜਾ ਕੇ ਉਹਨਾਂ ਦਾ ਸੰਸਕਾਰ ਹੁੰਦਾ। ਠੀਕ ਹੈ ਜੀ। ਆਪਾਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਅੰਗੀਠਾ ਸਾਹਿਬ ਗੁਰਦੁਆਰਾ, ਜਿਹੜਾ ਰਾਮਗੜ੍ਹ ਭੁੱਲਰ ਦੇ ਵਿੱਚ ਮੌਜੂਦ ਹੈ, ਜਿੱਥੇ ਬਿਰਧ ਸ਼ਰੀਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ। ਹੁਣ ਆਪਾਂ ਪਹੁੰਚ ਚੁੱਕੇ ਹਾਂ
ਸੰਤ ਬਾਬਾ ਮੱਘਰ ਸਿੰਘ ਜੀ ਦੇ ਤਪ ਸਥਾਨ ਤੇ ਤੁਹਾਨੂੰ ਦਿਖਾਉਂਦੇ ਆ ਉਹਨਾਂ ਦੇ ਅੰਦਰਲਾ ਦ੍ਰਿਸ਼ ਕਿਵੇਂ ਹੈ। ਇਸ ਟਾਈਮ ਆਪਾਂ ਮੇਨ ਗੇਟ ਦੇ ਵਿੱਚ ਐਂਟਰਾਂ ਦੇਖ ਰਹੇ ਹੋ। ਇਸ ਟਾਈਮ ਸੰਤ ਬਾਬਾ ਮੱਘਰ ਸਿੰਘ ਜੀ ਦਾ ਤਪ ਸਥਾਨ, ਜਿੱਥੇ ਕਿ ਸੰਤਾਂ ਨੇ ਬੈਠ ਕੇ ਤਪੱਸਿਆ ਕੀਤੀ ਤੇ ਗੁਰੂ ਨੂੰ ਪੂਰਨ ਤੌਰ ਤੇ ਆਪਣੇ ਵਿੱਚ ਧਾਰਨ ਕੀਤਾ। ਗੁਰੂ ਸਾਹਿਬਾਨ ਨੇ ਉਹਨਾਂ ਦੇ ਇੰਨੀ ਬਖਸ਼ਿਸ਼ ਕੀਤੀ ਕਿ ਉਹਨਾਂ ਨੇ ਪੂਰੇ ਪੰਜਾਬ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਕੀਤੀ। ਸੇਵਾ ਨਿਭਾਉਂਦੇ ਹੋਏ ਵੀ ਆਪਣੇ ਪੂਰਾ ਜੀਵਨ ਬਤੀਤ ਕੀਤਾ। ਅਸੀਂ ਤੁਹਾਨੂੰ ਦਿਖਾਇਆ ਜੀ ਪਹਿਲੇ ਤਪ ਸਥਾਨ, ਤੇ ਹੁਣ ਜਿਹੜੇ ਬਾਬਾ ਜੀ ਮੱਘਰ ਸਿੰਘ ਜੀ ਦਾ ਜਿਹੜਾ ਜੱਦੀ ਘਰ, ਜਿੱਥੇ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ, ਉਹ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ। ਪਰ ਉਹ ਘਰ ਨੂੰ ਪਿੰਡ ਦੀ ਪੰਚਾਇਤ ਤੇ ਕੁਝ ਕਮੇਟੀ ਮੈਂਬਰਾਂ ਨੇ ਰਲ ਕੇ ਉਸ ਨੂੰ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਆ। ਆਪਾਂ ਦੇਖਦੇ ਆ, ਉਹਨਾਂ ਨੂੰ ਦਿਖਾਉਂਦੇ ਆ ਵੀ ਘਰ ਕਿਵੇਂ ਆ। ਬਾਬਾ ਜੀ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਘਰ ਸੀਗਾ ਵੀ ਇਹ ਬਾਬਾ ਜੀ ਦਾ ਜੱਦੀ ਘਰ ਸੀ? ਹਾਂਜੀ, ਸਾਰੇ ਪਿੰਡ ਦੇ ਜਿਹੜੇ ਪੁਰਾਣੇ ਬਜ਼ੁਰਗ ਸਾਰੇ ਦੱਸਦੇ ਸਾਨੂੰ ਵੀ ਇਹ ਬਾਬਾ ਜੀ ਦਾ ਆਪਣਾ ਜੱਦੀ ਘਰ ਆ। ਇੱਥੇ ਬਾਬਾ ਜੀ ਦਾ ਜਨਮ ਹੋਇਆ ਜੀ, ਤੇ ਆਪਣੇ ਜਨਮ ਦਾ ਜਿਹੜਾ ਸਮਾਂ ਸੀ ਇੱਥੇ ਹੀ ਉਹਨਾਂ ਨੇ ਬਤੀਤ ਕੀਤਾ। ਇੱਥੇ ਜਨਮ ਦੇ ਮੌਕੇ ਕਿੰਨਾ ਟਾਈਮ ਬਤੀਤ ਕੀਤਾ ਸੀ? ਆਪਾਂ ਕਹਿ ਲਓ ਜੀ ਤਕਰੀਬਨ 8-10 ਸਾਲ ਜਾਂ 12 ਸਾਲ ਤਕਰੀਬਨ ਫੌਜ ਤੱਕ ਤੇ ਇੱਥੇ ਹੀ ਰਹੇ ਨੇ ਜੀ। ਜਦ ਤੱਕ ਫੌਜ ਦੇ ਵਿੱਚ ਭਰਤੀ ਨਹੀਂ ਹੋਏ ਤਦ ਤੱਕ ਇੱਥੇ ਹੀ ਉਹਨਾਂ ਨੇ ਜੀਵਨ ਬਤੀਤ ਕੀਤਾ। ਉਸ ਤੇ ਫੌਜ ਦੇ ਛੁੱਟੀ ਹੋਣ ਦੇ ਬਾਅਦ ਚੋਂ ਵੀ ਇਸ ਘਰ ਦੇ ਵਿੱਚ ਪਹੁੰਚੇ। ਬਿਲਕੁਲ ਇੱਥੇ ਆਉਂਦੇ ਰਹੇ ਜੀ। ਤੇ ਫਿਰ ਆਪਣਾ ਜਿਹੜਾ ਤਪ ਸਥਾਨ ਆਪਾਂ ਦੇਖਿਆ ਤੇ ਉੱਥੇ ਮੁੜ ਕੇ ਉਹਨਾਂ ਨੇ ਸਥਾਨ ਬਣਾ ਕੇ ਫਿਰ ਉੱਥੇ ਰਹਿਣ ਲੱਗ ਪਿਆ। ਅਸੀਂ ਕੈਮਰਾਮੈਨ ਨੂੰ ਕਹਾਂਗੇ ਕਿ ਵੀ ਉਹਨਾਂ ਦਾ ਜਿਹੜਾ ਜੱਦੀ ਘਰ ਆ ਉਹ ਦਿਖਾਇਆ ਜਾਏ। ਦੇਖੋ ਇਸ ਟਾਈਮ ਤੇ ਪਿੰਡ ਦੇ ਸਹਿਯੋਗ ਨਾਲ, ਕੁਝ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਘਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਢਾਇਆ ਹੋਇਆ ਵਾ ਤੇ ਮਿਸਤਰੀ ਲੱਗੇ ਹੋਏ ਆ, ਪਰ ਹੁਣ ਇਸ ਟਾਈਮ ਢਾਹ ਕੇ ਇਹਨੂੰ ਨਵੇਂ ਤਰੀਕੇ ਨਾਲ ਨਵੀਂ ਬਿਲਡਿੰਗ ਤਿਆਰ ਕੀਤੀ ਜਾਊਗੀ, ਤਾਂ ਜੋ ਕਿ ਜਿਹੜੇ ਮਹਾਂਪੁਰਸ਼ਾਂ ਦੇ ਜਾਂ ਸਾਡੇ ਇਹ ਪੂਜਣਯੋਗ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਜਿੰਦਾ ਰੱਖਿਆ ਜਾਵੇ ਲੋਕਾਂ ਦੇ ਦਿਲਾਂ ਵਿੱਚ। ਇਸ ਕਰਕੇ ਇਹ ਘਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਸ ਪਿੰਡ ਦੇ ਨਾਲ ਸਾਰੇ NRI ਭਰਾ ਵੀ ਨਾਲ ਜੁੜੇ ਹੋਏ ਆ, ਕਿਉਂਕਿ ਬਾਬਾ ਜੀ ਨੂੰ ਪਿਆਰ ਬਹੁਤ ਹੁੰਦਾ, ਪੂਰੇ ਵਰਲਡ ਦੇ ਵਿੱਚ ਬਾਬਾ ਜੀ ਨੂੰ ਪਿਆਰ। ਸੋ ਸਾਧ ਸੰਗਤ ਜੀ, ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਬਾਬਾ ਜੀ ਦਾ ਤਪ ਸਥਾਨ, ਫਿਰ ਉਸ ਤੋਂ ਬਾਅਦ 'ਚ ਆਪਾਂ ਬਾਬਾ ਜੀ ਦੇ ਜੱਦੀ ਘਰ ਜਾ ਕੇ ਆਏ ਆ ਬਾਬਾ ਮੱਘਰ ਸਿੰਘ ਦੇ। ਫਿਰ ਉਸ ਤੋਂ ਬਾਅਦ 'ਚੋਂ ਜੋ ਵੀ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਜਾਂ ਜੋ ਵੀ ਪਿੰਡ ਦੇ ਵਿੱਚ ਨਵਾਂ ਉਪਰਾਲਾ ਕੀਤਾ ਜਾ ਰਿਹਾ, ਉਹ ਸਿਰਫ ਤੇ ਸਿਰਫ ਬਾਬਾ ਮੱਘਰ ਸਿੰਘ ਦੀ ਯਾਦ ਵਿੱਚ ਹੀ ਕੀਤਾ ਜਾ ਰਿਹਾ। ਹੁਣ ਆਪਾਂ ਦਿਖਾ ਕੇ ਆਏ ਆ ਪਿੰਡ ਦੇ ਵਿੱਚ ਜਿਮ ਤਿਆਰ ਕੀਤੀ ਆ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ, ਉਹ ਵੀ ਬਾਬਾ ਮੱਘਰ ਸਿੰਘ ਜੀ ਦੀ ਯਾਦ ਵਿੱਚ ਕੀਤੀ ਗਈ ਆ। ਆਪਾਂ ਹੁਣ ਐਂਟਰ ਕਰ ਰਹੇ ਹਾਂ ਮੇਨ ਜਿਹੜਾ ਦਰਬਾਰ ਹੈਗਾ, ਉਸ ਦੇ ਵਿੱਚ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਵਾਵਾਂਗੇ। ਬਹੁਤ ਵਧੀਆ ਦਿੱਖ ਦਿੱਤੀ ਗਈ ਆ ਦਰਬਾਰ ਸਾਹਿਬ ਦੀ, ਬਹੁਤ ਵਧੀਆ ਅੰਦਰ ਲੁੱਕ ਹੈ। ਦਿਖਾਉਂਦੇ ਆ ਤੁਹਾਨੂੰ ਦਰਬਾਰ ਸਾਹਿਬ ਦੀ ਐਂਟਰੀ। ਟਾਈਮ ਅਸੀਂ ਦਰਬਾਰ ਸਾਹਿਬ ਦੇ ਮੇਨ ਗੇਟ 'ਚ ਖੜੇ ਆ। ਦਰਬਾਰ ਸਾਹਿਬ ਦੇ ਵਿੱਚੋਂ ਐਂਟਰ ਹੋਣ ਲੱਗੇ ਆ। ਆਪਾਂ ਅੱਗੇ ਮਹਾਰਾਜ ਦੇ ਦਰਸ਼ਨ ਕਰਾਂਗੇ, ਤਾਂ ਜੋ ਕਿ ਸਾਧ ਸੰਗਤ ਨੂੰ ਇਸ ਦਰਬਾਰ ਦੇ ਪੂਰੇ ਵਿੱਚ ਜਿਹੜੀ ਸੰਗਤ ਵਸਦੀ ਹੈ ਉਹਨਾਂ ਨੂੰ ਇਸ ਦਰਬਾਰ ਦੇ ਦਰਸ਼ਨ ਕਰਵਾਏ ਜਾਣ, ਤਾਂ ਜੋ ਕਿ ਸਾਧ ਸੰਗਤ ਜੀ ਇਹਨਾਂ ਜਿਹੜੇ ਇਤਿਹਾਸਿਕ ਗੁਰਦੁਆਰੇ ਸਾਹਿਬ ਹਨ ਉਹਨਾਂ ਦੇ ਬਾਰੇ ਜਿਹੜੇ ਕੁਝ ਸੰਗਤਾਂ ਦੀ ਨਜ਼ਰ ਦੇ ਵਿੱਚੋਂ ਬਚੇ ਹੋਏ ਆ, ਉਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਸੰਗਤਾਂ ਦੇ ਰੂਬਰੂ ਲਿਆਉਣ ਦੀ। ਤੇ ਆਪਾਂ ਦਿਖਾਉਂਦੇ ਆ ਤੁਹਾਨੂੰ ਦਰਬਾਰ ਸਾਹਿਬ ਦਾ ਲੁੱਕ। ਸਟਾਰਟ। ਸਾਧ ਸੰਗਤ ਜੀ, ਹੁਣ ਇਸ ਟਾਈਮ ਆਪਾਂ ਭੋਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ, ਜਿੱਥੇ ਕਿ ਸੰਤ ਬਾਬਾ ਮੱਘਰ ਸਿੰਘ ਜੀ ਨੇ ਬੈਠ ਕੇ ਆਪਣਾ ਕਾਫੀ ਸਮਾਂ ਮਹਾਰਾਜ ਦੀ ਭਗਤੀ ਵਿੱਚ ਲੀਨ ਰਹੇ ਆ। ਉਹਨਾਂ ਨੇ ਗੁਰੂ ਮਹਾਰਾਜ ਨੂੰ ਪਾਇਆ। ਆਪਾਂ ਦਿਖਾਉਂਦੇ ਹਾਂ ਤੁਹਾਨੂੰ ਭੋਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ। ਹੋ ਰਹੇ ਆ, ਆਪਾਂ ਦਰਸ਼ਨ ਕਰ ਰਹੇ ਹਾਂ ਭੋਰਾ ਸਾਹਿਬ ਦੇ। ਬਾਬਾ ਜੀ ਨੇ ਇੱਥੇ ਕਾਫੀ ਸਮਾਂ ਆਪਣਾ ਜੀਵਨ ਬਤੀਤ ਕੀਤਾ। ਹਾਂਜੀ ਬਾਬਾ ਜੀ, ਜਿਹੜੇ ਇਹ ਸ਼ਾਸਤਰ ਪਏ ਆ ਇਹਨਾਂ ਬਾਰੇ ਸਾਨੂੰ ਗਿਆਨ ਦਿਓ ਵੀ ਇਹ ਸ਼ਾਸਤਰ ਬਾਬਾ ਜੀ ਦੇ ਆ ਜਾਂ ਮਤਲਬ ਵੀ ਕਿਵੇਂ ਇਹ ਰੱਖੇ? ਇਹ ਬਾਬਾ ਜੀ ਦਾ ਆਪਣਾ ਅਸਥਾਨ ਜਿੱਥੇ ਉਹਨਾਂ ਨੇ ਬੰਦਗੀ ਕੀਤੀ ਹੈ, ਤੇ ਇੱਥੇ ਸ਼ਾਸਤਰ ਉਹਨਾਂ ਦੇ ਸਮੇਂ ਦਾ ਤਾਂ ਕੋਈ ਨਹੀਂ ਜੀ, ਸੰਗਤਾਂ ਵੱਲੋਂ ਇਹ ਭੇਟਾ ਕੀਤੇ ਗਏ ਆ। ਇਹਨਾਂ ਸ਼ਾਸਤਰਾਂ ਵਿੱਚ ਇੱਕ ਆਹ ਸ਼ਾਸਤਰ ਹੈ ਜਿਹੜਾ ਇੱਥੇ ਥੋੜਾ ਪ੍ਰਭਾਵਿਤ ਸਾਨੂੰ ਕਰਦਾ। ਇਹਦੇ ਉੱਤੇ ਆ ਲਿਖਿਆ ਵੀ ਪਿਆ ਹੈ, ਔਰ ਇੱਥੋਂ ਕੁਝ ਸਿੰਘ ਉੱਥੇ ਗਏ ਸੀ ਹਜ਼ੂਰ ਸਾਹਿਬ ਯਾਤਰਾ ਤੇ। ਤਕਰੀਬਨ ਇਹਦੇ ਸੰਬੰਧ ਵੀ ਲਿਖਿਆ ਹੋਇਆ 1987। 1987 ਦੇ ਵਿੱਚ ਜਦੋਂ ਜਥੇ ਉੱਥੇ ਪਹੁੰਚੇ ਆ, ਉਹਨਾਂ ਪੁੱਛਿਆ ਹੋਵੇਗਾ ਕਿੱਥੋਂ ਸੰਗਤ ਆਈ, ਮਹਾਂਪੁਰਸ਼ਾਂ ਦਾ ਨਾਮ ਲਿਆ। ਉਹਨਾਂ ਨੇ ਅਸਥਾਨ ਵਾਸਤੇ ਆ ਸ਼੍ਰੀ ਸਾਹਿਬ ਭੇਟਾ ਕੀਤੀ।
ਜੋਗਿੰਦਰ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ ਉੱਥੇ ਜਥੇਦਾਰ ਸਨ ਜੀ। ਔਰ ਉਹਨਾਂ ਨੇ ਸ੍ਰੀ ਸਾਹਿਬ ਭੇਟਾ ਕੀਤੀ। ਉਦੋਂ ਦੀ ਇਹ ਸ੍ਰੀ ਸਾਹਿਬ ਫਿਰ ਇਸ ਸਥਾਨ ਦੇ ਉੱਤੇ ਸੁਸ਼ੋਭਿਤ ਹੈ। ਸੋ ਸਾਧ ਸੰਗਤ ਜੀ, ਸਾਨੂੰ ਮਹਾਂਪੁਰਸ਼ਾਂ ਨੇ ਦੱਸਿਆ ਕਿ ਵੀ ਜਿਹੜੀ ਇਹ ਸ੍ਰੀ ਸਾਹਿਬ ਹੈ, ਸ਼੍ਰੀ ਹਜੂਰ ਸਾਹਿਬ ਦੇ ਹੈੱਡ ਗ੍ਰੰਥੀ ਸੰਤ ਮੁਨੀ ਸਿੰਘ ਜੀ ਜਿਹੜੇ ਸੀਗੇ, ਉਹਨਾਂ ਨੇ ਮਤਲਬ ਭੇਟਾ ਕੀਤੀ ਸੀਗੀ। ਜਿਹੜੇ ਇੱਥੋਂ ਦੀ ਸੰਗਤ ਹਜੂਰ ਸਾਹਿਬ ਦਰਸ਼ਨਾਂ ਨੂੰ ਗਈ ਸੀ, ਬਾਬਾ ਜੀ ਦਾ ਨਾਮ ਸੁਣ ਕੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਸ੍ਰੀ ਸਾਹਿਬ ਉਹਨਾਂ ਨੂੰ ਭੇਟਾ ਕੀਤੀ। ਤੇ ਇਹੋ ਜਿਹੇ ਸ਼ਾਸਤਰ ਅਸੀਂ ਤੁਹਾਨੂੰ ਬਾਬਾ ਜੀ ਉਹਨਾਂ ਨੇ ਜੋ ਵੀ ਦਿਖਾਇਆ ਹੈ, ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਇਸ ਇਤਿਹਾਸਿਕ ਗੁਰਦੁਆਰੇ ਬਾਰੇ। ਬਾਬਾ ਜੀ ਉਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ। ਬਾਬਾ ਜੀ, ਤੁਸੀਂ ਸੰਤ ਬਾਬਾ ਮੱਘਰ ਸਿੰਘ ਜੀਆਂ ਦੇ ਤਪ ਸਥਾਨ ਤੇ ਤੁਸੀਂ ਹੈੱਡ ਗ੍ਰੰਥੀ ਹੋ, ਮੁਖੀ ਹੋ। ਸਾਨੂੰ ਉਹਨਾਂ ਦੇ ਸ਼ਾਰਟ ਲਫ਼ਜ਼ਾਂ ਵਿੱਚ ਜੀਵਨੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਠੀਕ ਹੈ ਜੀ। ਪਹਿਲਾਂ ਤਾਂ ਸਮੂਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੇ ਜਿਹੜੇ ਜੀਵਨ ਨੇ ਉਹਨਾਂ ਨੂੰ ਕਹਿ ਲਈਏ ਆਪਾਂ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਬਿਆਨ ਕਰਨਾ ਤਾਂ ਔਖਾ ਹੈ। ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ, ਪੰਛੀ ਝਾਤ ਉਹਨਾਂ ਦੇ ਜੀਵਨ 'ਤੇ ਪਾਵਾਂਗੇ। ਸ਼੍ਰੀਮਾਨ ਸੰਤ ਬਾਬਾ ਮੱਘਰ ਸਿੰਘ ਜੀ, ਉਹਨਾਂ ਦਾ ਇਸ ਨਗਰ ਦੇ ਵਿੱਚ ਰਾਮਗੜ੍ਹ ਭੁੱਲਰ ਦੇ ਵਿੱਚ ਜਨਮ ਹੋਇਆ 1890 ਈਸਵੀ ਦੇ ਵਿੱਚ। 13 ਦਸੰਬਰ ਨੂੰ ਉਹਨਾਂ ਦਾ ਇੱਥੇ ਜਨਮ ਹੁੰਦਾ ਹੈ। ਬਾਬਾ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਸੋਭਾ ਸਿੰਘ ਜੀ ਹੈ। ਮਾਤਾ ਜੀ ਦਾ ਨਾਮ ਮਾਤਾ ਆਨੰਦ ਕੌਰ ਜੀ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹਨਾਂ ਦੇ ਜਿਹੜੇ ਦਾਦਾ ਜੀ ਸਨ ਬਾਬਾ ਬਹਾਲ ਸਿੰਘ ਜੀ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਬੜੇ ਉੱਘੇ ਜਰਨੈਲ ਰਹੇ ਹੈ। ਔਰ ਉਹਨਾਂ ਦੇ ਇੱਕ ਦਾਦਾ ਚਾਚਾ ਜੀ ਫੌਜ ਦੇ ਵਿੱਚ ਸ਼ਹੀਦ ਵੀ ਹੋਏ ਹੈ। ਬਾਬਾ ਜੀਤਾ ਸਿੰਘ ਜੀ ਉਹਨਾਂ ਦਾ ਨਾਮ ਸੀ। ਬਾਬਾ ਬਹਾਲ ਸਿੰਘ ਜੀ ਦੇ ਕੋਲ ਬਾਬਾ ਜੀ ਦਾ ਜਿਹੜਾ ਸੀ ਬਚਪਨ ਬਹੁਤਾ ਗੁਜ਼ਰਿਆ, ਜਿਨ੍ਹਾਂ ਦੇ ਕੋਲੋਂ ਉਹਨਾਂ ਨੇ ਗੁਰਮਤਿ ਦੀ ਮੁੱਢਲੀ ਪੜ੍ਹਾਈ ਕੀਤੀ। ਜਿਹੜੇ ਗੁਰਮਤਿ ਦੇ ਗ੍ਰੰਥ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਸ੍ਰੀ ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਇਤਿਹਾਸਕ ਜਿਹੜਾ ਆਪਣਾ ਇਤਿਹਾਸ ਸੀ ਉਹ ਸਾਰਾ ਉਹਨਾਂ ਨੇ ਪੜ੍ਹਿਆ ਅਤੇ ਵਾਚਿਆ। ਉਦੋਂ ਬਾਅਦ ਫਿਰ ਉਹਨਾਂ ਦਾ ਕਹਿ ਲਓ 1902 ਦੇ ਵਿੱਚ ਆਨੰਦ ਕਾਰਜ ਹੁੰਦਾ ਹੈ ਜੀ। ਅਤੇ ਉਸੇ ਪਿੰਡ ਦੇ ਵਿੱਚੋਂ ਸਨ ਮਾਤਾ ਜੀ, ਅਤੇ ਉਹ ਥੋੜ੍ਹਾ ਸਮਾਂ ਹੀ ਰਹੇ, ਚੜ੍ਹਾਈ ਕਰ ਗਏ ਸੀ ਕਿਸੇ ਕਾਰਨ। ਮੁੜ ਕੇ ਪਰਿਵਾਰ ਵੱਲੋਂ ਫਿਰ ਉਹਨਾਂ ਦਾ ਦੂਜਾ 1905 ਦੇ ਵਿੱਚ ਦੂਸਰਾ ਆਨੰਦ ਕਾਰਜ ਕੀਤਾ ਗਿਆ ਮੱਲੇ ਪਿੰਡ ਦੇ ਵਿੱਚ। ਉਹ ਜਿਹੜੇ ਉਹਨਾਂ ਦੇ ਘਰੋਂ ਸਨ, ਬੀਬੀ ਧੰਨ ਕੌਰ ਜੀ ਉਹਨਾਂ ਦਾ ਨਾਮ ਸੀ, ਉਹ ਤਕਰੀਬਨ 1976 ਤੱਕ ਇੱਥੇ ਰਹੇ ਪਿੰਡ ਵਿੱਚ। 1976 ਵਿੱਚ ਇੱਥੋਂ ਚੜ੍ਹਾਈ ਕੀਤੀ। ਬਾਬਾ ਜੀ, ਜਿਹੜੇ ਉਹਨਾਂ ਦੇ ਧਰਮ ਪਤਨੀ ਸੀ 1976 ਤੱਕ ਇੱਥੇ ਰਹੇ, ਉਸ ਤੋਂ ਅੱਗੇ ਜੀ 1976 ਦੇ ਵਿੱਚ ਉਹਨਾਂ ਦਾ ਇੱਥੋਂ ਅਕਾਲ ਚਲਾਣਾ ਹੋ ਗਿਆ ਜੀ। ਅਤੇ ਬਾਬਾ ਜੀ 1905 ਤੋਂ ਬਾਅਦ ਆਪਣੇ ਇਸੇ ਪਿੰਡ ਦੇ ਵਿੱਚ ਰਹੇ ਅਤੇ ਆਪਣੇ ਪਿਤਾ ਜੀ ਬਾਬਾ ਸੋਭਾ ਸਿੰਘ ਜੀ ਦੇ ਨਾਲ ਮਿਲ ਕੇ ਆਪਣੀ ਖੇਤੀਬਾੜੀ ਕਰਦੇ ਨੇ। ਪਰ ਇੱਥੇ ਆਪਾਂ ਹੁਣ ਬੈਠੇ ਹੋਏ ਹਾਂ, ਇਹ ਵੀ ਉਹਨਾਂ ਦੀ ਆਪਣੀ ਜ਼ਮੀਨ ਹੈ ਜੀ। ਇਸ ਜ਼ਮੀਨ ਦੇ ਵਿੱਚ ਆ ਕੇ ਖੇਤੀਬਾੜੀ ਕਰਦੇ ਰਹੇ। ਠੀਕ ਹੈ ਜੀ। ਅਤੇ ਤਕਰੀਬਨ 4-5 ਸਾਲ ਉਹ ਇੱਥੇ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਕਰਦੇ ਰਹੇ। 1911 ਦੇ ਵਿੱਚ ਫਿਰ ਉਹ ਉਸ ਸਮੇਂ ਫੌਜ ਵਿੱਚ ਜਾ ਕੇ ਭਰਤੀ ਹੋ ਗਏ, ਰੁੜਕੀ ਵਿੱਚ ਜਾ ਕੇ। ਠੀਕ ਹੈ ਜੀ। 1911 ਤੋਂ ਲੈ ਕੇ ਬਹੁਤ ਸਮਾਂ ਫਿਰ ਫੌਜ ਵਿੱਚ ਉੱਥੇ ਰਹੇ ਹੈ। ਦਿੱਲੀ ਵਿੱਚ ਵੀ ਉਸ ਸਮੇਂ ਜਿਹੜਾ ਧਰਮ ਸੰਮੇਲਨ ਹੋਇਆ ਸੀ 1912 ਦੇ ਤਕਰੀਬਨ, ਅਤੇ ਉਸ ਸਮੇਂ ਜਿਹੜਾ ਜਾਰਜ ਪੰਚਮ ਸੀ, ਉਹਨੂੰ ਉਸ ਸਮੇਂ ਕਹਿ ਲਓ ਕਿ ਤਾਜਪੋਸ਼ੀ ਸੀ, ਉਹਦੇ ਵਿੱਚ ਉਹਨੇ ਸਾਰੇ ਹਿੰਦੁਸਤਾਨ ਦੇ ਬਾਦਸ਼ਾਹ ਜਿੰਨੇ ਵੀ ਸੀ ਬੁਲਾਏ ਸੀ। ਉਸ ਸਮੇਂ ਇੱਧਰੋਂ ਪੰਜਾਬ ਵਿੱਚੋਂ ਵੀ ਮਹਾਰਾਜਾ ਭੁਪਿੰਦਰ ਸਿੰਘ ਜੀ ਗਏ ਸੀ, ਬਾਬਾ ਅਤਰ ਸਿੰਘ ਜੀ ਮਹਾਂਪੁਰਖ ਗਏ ਸਨ। ਬਾਬਾ ਅਤਰ ਸਿੰਘ ਜੀ ਨਾਲ ਉੱਥੇ ਇਹਨਾਂ ਦਾ ਮਿਲਾਪ ਹੋਇਆ। ਠੀਕ ਹੈ ਜੀ। ਅਤੇ ਆਪਸ ਵਿੱਚ ਬਹੁਤ ਪ੍ਰੇਮ ਦੀਆਂ ਗੱਲਾਂ ਭਿੱਜ ਗਏ ਹੋਈਆਂ। ਉਦੋਂ ਬਾਅਦ ਫਿਰ ਇਹਨਾਂ ਦੇ ਅੰਦਰ ਸ਼ੌਂਕ ਜਾਗਿਆ ਬੰਦਗੀ ਦਾ, ਕਿ ਇਹਨਾਂ ਨੇ ਆਪਣੇ ਜੱਥੇ ਦੇ ਵਿੱਚ ਆਪਣਾ ਨੇਮ ਬਣਾ ਲਿਆ ਕਿ ਹਰ ਰੋਜ਼ ਇਹਨਾਂ ਨੇਮ ਨਿਭਾਉਣਾ ਹੀ ਨਿਭਾਉਣਾ ਹੈ। ਜਿਵੇਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ, ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗ ਪਏ ਜੱਥੇ ਵਿੱਚ। ਉੱਥੇ ਫੌਜ ਵਿੱਚ ਜਿਹੜੇ ਕੁਝ ਨਾਲ ਸਿੰਘ ਜੁੜ ਗਏ ਸਨ। ਬਾਬਾ ਜੀ, ਤੁਸੀਂ ਹੁਣੀ ਹਾਲੇ ਨਾ ਸਾਨੂੰ ਗੱਲ ਕਰਕੇ ਹਟੇ ਆ ਵੀ ਬਾਬਾ ਜੀ ਨੇ ਫੌਜ ਦੇ ਵਿੱਚ ਵੀ ਜ਼ਿੰਦਗੀ ਉਹਨਾਂ ਦੀ ਬਤੀਤ ਹੋਈ ਹੈ। ਸਾਨੂੰ ਦੀ ਫੌਜ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿਓ। ਫੌਜ ਦੀ ਜ਼ਿੰਦਗੀ ਜਦੋਂ ਆਪਾਂ ਵਿਚਾਰਦੇ ਉਹਨਾਂ ਦੀ, ਅਤੇ ਉਹ ਵੀ ਇੱਕ ਕਹਿ ਲਓ ਕਿ ਚਾਹੇ ਫੌਜ ਵਿੱਚ ਸਨ, ਚਾਹੇ ਗੋਰਿਆਂ ਦੇ ਨਾਲ ਗਏ ਹੈ, ਪਰ ਜਿਹੜਾ ਉਹਨਾਂ ਦਾ ਆਪਣਾ ਧਾਰਮਿਕ ਕਹਿ ਲਓ ਪੱਧਰ ਸੀ, ਉਹਨੂੰ ਉਹਨਾਂ ਨੇ ਫੌਜ ਵਿੱਚ ਵੀ ਉਸੇ ਤਰ੍ਹਾਂ ਜਿਉਂਦਾ ਤਿਉਂ ਬਰਕਰਾਰ ਰੱਖਿਆ। ਫੌਜ ਵਿੱਚ ਵੀ ਆਪਣਾ ਨੇਮ ਨਹੀਂ ਉਹਨਾਂ ਨੇ ਕਦੀ ਛੱਡਿਆ। ਅਤੇ 1914 ਵਿੱਚ ਜਿਵੇਂ ਆਪਾਂ ਪੜ੍ਹਦੇ ਹਾਂ ਵਿਸ਼ਵ ਜੰਗ ਲੱਗੀ ਜੀ, ਅਤੇ ਵਿਸ਼ਵ ਜੰਗ ਦੇ ਵਿੱਚ ਵੀ ਇੱਥੋਂ ਉਹ ਉਤਰ ਗਏ ਆ। ਜਰਮਨ ਫਰਾਂਸ ਦੀ ਜੰਗ ਲੱਗੀ ਸੀ, ਮਤਲਬ ਵਿਸ਼ਵ ਜੰਗ ਉਹਨਾਂ ਨੇ ਖੁਦ ਲੜੀ ਹੈ। ਹਾਂ ਬਿਲਕੁਲ ਜੀ, ਉਹਨਾਂ ਨੇ ਲੜੀ। ਅਤੇ ਉਹਨਾਂ ਦੇ ਨਾਲ ਜਿਹੜੇ ਕੁਝ ਸਿੰਘ ਸਨ ਉਸ ਸਮੇਂ ਉੱਥੇ ਫੌਜ ਤੋਂ, ਉਹ ਇੱਥੇ ਬਹੁਤ ਸਮਾਂ ਮੁੜ ਕੇ ਰਹੇ ਆ।
ਉਹਨਾਂ ਦੀਆਂ ਫੌਜ ਦੀਆਂ ਬਹਾਦਰੀ ਦੀਆਂ ਗੱਲਾਂ ਉਹ ਬਹੁਤ ਇੱਥੇ ਨਗਰ ਦੇ ਲੋਕਾਂ ਨੂੰ ਦੱਸਦੇ ਰਹੇ। ਤੇ ਤਕਰੀਬਨ 5 ਸਾਲ ਉੱਥੇ ਜੰਗ ਚੱਲੀ ਹੈ, 14 ਤੋਂ ਲੈ ਕੇ 19 ਤੱਕ। ਤੇ ਬੜੀਆਂ ਉਹਨਾਂ ਦੀ ਬਹਾਦਰੀ ਦੀਆਂ ਆਪਾਂ ਉੱਥੇ ਖਬਰਾਂ ਸੁਣਦੇ ਪੜ੍ਹਦੇ ਹਾਂ। ਇੱਕ ਨਿੱਕੀ ਜੀ ਮੈਂ ਉਹਨਾਂ ਦੀ ਸੁਣਾਵਾਂਗਾ, ਨਿਤਨੇਮ ਦੇ ਵਿੱਚ ਕਿੰਨੇ ਪ੍ਰਪੱਕ ਸਨ। ਉੱਧਰ ਹੀ ਇੱਕ ਥਾਂ ਤੇ ਕਹਿ ਲਓ ਕਿ ਰਾਤ ਨੂੰ ਬਰਫ਼ ਪੈ ਜਾਂਦੀ, ਬਹੁਤੀ ਬਰਫ਼ ਪੈਂਦੀ, ਪਾਣੀ ਦਾ ਪ੍ਰਬੰਧ ਜ਼ਿਆਦਾ ਨਹੀਂ ਸੀ, ਪਰ ਨਿਤਨੇਮ ਦੇ ਵਿੱਚ ਇਹਦੇ ਪ੍ਰਪੱਕ ਸੀ ਕਿ ਅੰਮ੍ਰਿਤ ਵੇਲੇ ਨਾਲ ਉੱਠ ਕੇ ਉਹਨਾਂ ਨੇ ਇਸ਼ਨਾਨ ਦਾ ਜਿਹੜਾ ਸਮਾਂ ਸੀ ਉਹ ਕਦੇ ਨਹੀਂ ਖੁੰਝਾਇਆ। ਬਰਫ਼ ਭੰਨ ਕੇ ਤੇ ਥੱਲੇ ਪਾਣੀ ਕੱਢ ਕੇ ਉਹਦੇ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉੱਥੇ ਚੌਂਕੜਾ ਮਾਰ ਕੇ ਬਹਿ ਗਏ। ਬਾਬਾ ਜੀ ਇਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਮਤਲਬ ਫੌਜ ਦਾ ਤੇ ਬੰਦਗੀ ਦਾ ਬਹੁਤ ਡਿਫਰੈਂਟ ਹੈ ਵੀ ਇਹ ਮਤਲਬ ਫਿਰ ਇਹਨਾਂ ਦੀ ਬੰਦਗੀ ਕਰਨ ਨੂੰ ਕਿਵੇਂ ਇਹਨਾਂ ਦਾ ਰੁਝਾਨ ਬਣਿਆ ਬਾਬਾ ਜੀ ਉਹਨਾਂ ਦਾ? ਬਸ ਕਹਿ ਲਓ ਜੀ, ਬਾਕੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਜੀ ਇਹ ਤਾਂ ਧੁਰੋਂ ਹੀ ਬਖਸ਼ੇ ਹੋਈਆਂ ਰੂਹਾਂ ਹੁੰਦੀਆਂ ਨੇ। ਉਹਦੇ ਸਾਨੂੰ ਇੱਕ ਕਹਿ ਲਓ ਕਿ ਬੰਦਗੀ ਦਾ ਕਰਨ ਦਾ ਤਰੀਕਾ ਦੱਸਣ ਵਾਸਤੇ ਵੀ ਹਰੇਕ ਮੁਸ਼ਕਲ ਦੇ ਵਿੱਚ ਵੀ ਤੁਸੀਂ ਆਪਣਾ ਧਰਮ ਨਿਭਾ ਸਕਦੇ ਹੋ। ਮਤਲਬ ਸਾਨੂੰ ਸੇਧ ਦੇਣ ਵਾਸਤੇ ਉਹਨਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਵੀ ਮੈਂ ਜੇਕਰ ਅਸੀਂ ਬਰਫ਼ ਦੀ ਭੰਨ ਕੇ ਅਸੀਂ ਇਸ਼ਨਾਨ ਕਰ ਸਕਦੇ ਹਾਂ ਤਾਂ ਇਹ ਸੇਧ ਇਹ ਤਾਂ ਸਾਨੂੰ ਸਿੱਖਣ ਨੂੰ ਮਿਲਿਆ ਬਿਲਕੁਲ ਵੀ ਤੁਸੀਂ ਵੀ ਇਸ ਰਸਤੇ ਚੱਲ ਸਕਦੇ ਹੋ। ਹਾਂ ਠੀਕ ਹੈ, ਉਹ ਕਹਿਣਗੇ ਸਾਨੂੰ ਦੱਸਦੇ ਵੀ ਤੁਹਾਨੂੰ ਚਾਹੇ ਬਰਫ਼ ਭੰਨਣ ਦੀ ਨਾ ਲੋੜ ਪਵੇ, ਪਰ ਜੇ ਇਹੋ ਜਿਹੀ ਮੁਸ਼ਕਲ ਬਣੇ ਵੀ ਤਾਂ ਤੁਸੀਂ ਇਹ ਨਿਤਨੇਮ ਆਪਣਾ ਨਹੀਂ ਛੱਡੋ। ਪੁਰਾਣੇ ਗੁਰਸਿੱਖ ਦੱਸਦੇ ਉਹਨਾਂ ਬਾਰੇ ਵੀ ਹਰ ਰੋਜ਼ ਦਾ ਉਹਨਾਂ ਦਾ ਤਕਰੀਬਨ 17 ਪਾਠ ਸ੍ਰੀ ਸੁਖਮਨੀ ਸਾਹਿਬ ਦੇ ਨੇਮ ਸੀ। ਅੱਛਾ ਬਾਬਾ ਜੀ ਸਾਨੂੰ ਇੱਕ ਗੱਲ ਹੋਰ ਦੱਸੋ ਵੀ ਬਾਬਾ ਜੀ ਉਹਨਾਂ ਨੇ ਕਾਰ ਸੇਵਾ ਵੀ ਕੀਤੀਆਂ ਨੇ, ਕਾਫੀ ਗੁਰਦੁਆਰਾ ਸਾਹਿਬ ਤਿਆਰ ਕਰਵਾਏ ਆ, ਸਾਨੂੰ ਉਹਨਾਂ ਬਾਰੇ ਜਾਣਕਾਰੀ ਦਿਓ। ਕਿੱਥੇ ਕਿੱਥੇ ਉਹਨੇ ਕਾਰ ਸੇਵਾ ਕੀਤੀ ਤੇ ਪੰਜਾਬ ਦੇ ਵਿੱਚ ਹੀ ਕੀਤੀ ਜਾਂ ਪੰਜਾਬ ਚੋਂ ਬਾਹਰ ਵੀ ਕਿਤੇ ਉਹਨਾਂ ਨੇ ਮਤਲਬ ਕਾਰ ਸੇਵਾ ਕਰਕੇ ਗੁਰਦੁਆਰਾ ਸਾਹਿਬ ਤਿਆਰ ਕੀਤਾ? ਦੇਖ ਲਓ ਜੀ, ਜਦੋਂ 1919 ਦਾ ਸਮਾਂ ਆਇਆ ਉਦੋਂ ਉੱਧਰੋਂ ਫੌਜ ਵਿੱਚੋਂ ਛੁੱਟੀ ਲੈ ਕੇ ਇੱਥੇ ਆਏ ਸੀ। ਜਦੋਂ ਇੱਥੇ ਆ ਕੇ ਤੇ ਉਸ ਸਮੇਂ ਜਲਿਆਂਵਾਲੇ ਬਾਗ ਦੇ ਸਾਕੇ ਦਾ ਉਹਨਾਂ ਨੂੰ ਪਤਾ ਚੱਲਿਆ। ਜੀ ਉਸ ਸਮੇਂ ਫਿਰ ਫੌਜ ਵਿੱਚੋਂ ਉਹਨਾਂ ਰਜਾਇਨ ਦੇ ਦਿੱਤਾ, ਕਹਿੰਦੇ ਇਹੋ ਜਿਹੇ ਆਪਾਂ ਜਿਨ੍ਹਾਂ ਦੇ ਕਰਕੇ ਉੱਥੇ ਅਸੀਂ ਲੜਦੇ ਪਏ ਹਾਂ, ਆਪਣੀਆਂ ਜਾਨਾਂ ਕੁਰਬਾਨ ਕਰਦੇ ਪਏ, ਉਹ ਸਾਡੇ ਹੀ ਪਰਿਵਾਰਾਂ ਦੀਆਂ ਜਾਨਾਂ ਲਈ ਜਾਂਦੇ ਆ। ਜੀ ਫਿਰ ਇਹਨਾਂ ਨੇ ਫੌਜ ਦੀ ਨੌਕਰੀ ਛੱਡਤੀ। ਉਦੋਂ ਬਾਅਦ ਫਿਰ ਇਸ ਥਾਂ 'ਤੇ ਜਿੱਥੇ ਆਪਾਂ ਬੈਠੇ ਹਾਂ ਇੱਥੇ ਆ ਕੇ ਇਹਨਾਂ ਨੇ ਆਹ ਅਸਥਾਨ ਕਾਇਮ ਕੀਤਾ। ਤੁਸੀਂ ਉਹਦੇ ਵੀ ਦਰਸ਼ਨ ਕੀਤੇ ਹੋਣਗੇ। ਉਹ ਫਿਰ ਉਹਨਾਂ ਨੇ ਖੂਹ ਆਪ ਪਟਵਾਇਆ ਸੀ ਮਹਾਂਪੁਰਸ਼ਾਂ ਨੇ, ਤੇ ਇੱਥੇ ਨਾਲ ਉਹਨਾਂ ਨੇ ਫਿਰ ਬੰਦਗੀ ਕੀਤੀ। ਤਕਰੀਬਨ ਕਹਿ ਲਓ ਕਿ ਆਪਣਾ 1 ਸਾਲ ਦੇ ਲਾਗੇ ਚਾਗੇ ਇੱਥੇ ਹੀ ਗੁਪਤੀ ਰਹੇ ਨੇ। ਬਾਬਾ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਇੱਥੇ ਖੂਹ ਵੀ ਉਹਨਾਂ ਨੇ ਪਟਵਾਇਆ, ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਜਿੱਥੇ ਬਾਬਾ ਜੀ ਉਹਨੇ ਖੂਹ ਦੇ ਵਿੱਚੋਂ ਜਲ ਕੱਢ ਕੇ ਆਪ ਉੱਥੇ ਇਸ਼ਨਾਨ ਵੀ ਕਰਦੇ ਰਹੇ ਆ ਤੇ ਖੂਹ ਦੇ ਨਾਲ ਹੀ ਉਹਨਾਂ ਨੇ ਆਪਣੀ ਜਿਹੜੀ ਪੈਲੀ ਨੂੰ ਸਿੰਚਾਈ ਵੀ ਕੀਤੀ ਆ, ਉਹਦੇ ਵੀ ਆਪਾਂ ਦਰਸ਼ਨ ਕਰਾਂਗੇ। ਅੱਗੇ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਉਹਨਾਂ ਦੇ ਨਾਲ। ਬਾਬਾ ਜੀ ਹੋਰ ਦੱਸੋ ਇਹ ਸਮਝਾ ਕੇ। ਉਹ ਇੱਥੇ ਜਦੋਂ ਕਰਦੇ ਰਹੇ ਬਹੁਤ ਸਮਾਂ ਬੰਦਗੀ, ਤੇ ਜਿਵੇਂ ਚਲੋ ਸਮਾਂ ਸੀ ਮਹਾਂਪੁਰਸ਼ ਜਾਣਦੇ ਵੀ ਕਿੰਨਾ ਕੁ ਸਮਾਂ ਦੁਨੀਆ ਵਿੱਚ ਰਹਿਣਾ ਤੇ ਕਾਹਦੇ ਵਾਸਤੇ ਆਏ ਆ। ਇਹ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇੱਥੇ ਹੀ ਬਹੁਤ ਸਾਰੇ ਸਿੰਘ ਜਿਹੜੇ ਇਹਨਾਂ ਨਾਲ ਤਕਰੀਬਨ ਬਹੁਤੇ ਫੌਜ ਵਿੱਚ ਨਾਲ ਰਹੇ ਸੀ, ਉਹ ਵੀ ਸਾਰੇ ਨਾਲ ਆ ਗਏ। ਤੇ ਪੁਰਾਣੇ ਸਿੰਘ ਦੱਸਦੇ, ਜਿਵੇਂ ਪ੍ਰਧਾਨ ਸਾਹਿਬ ਜੀ ਆਪ ਭਾਈ ਗੁਰਸੇਵਕ ਸਿੰਘ ਹੋਣੀ ਇਹ ਦੱਸਦੇ, ਕਹਿੰਦੇ ਸਾਡੇ ਬਜ਼ੁਰਗ ਦੱਸਿਆ ਕਰਦੇ ਸੀ ਤਕਰੀਬਨ 25 ਸਿੰਘ ਉਹਨਾਂ ਦੇ ਨਾਲ ਰਹੇ ਜੀ। ਤੇ ਇੱਥੋਂ ਮੁੜ ਕੇ ਉਹਨਾਂ ਨੇ ਫਿਰ ਪ੍ਰਚਾਰ ਦਾ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਕਰਨ ਦਾ ਜਿਹੜਾ ਸੀ ਬੀੜਾ ਚੱਕਿਆ। ਕਹਿ ਲਓ ਕਿ ਇੱਥੋਂ ਫਿਰ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਠੀਕ ਹੈ ਜੀ। ਤੇ ਪੂਰੇ ਪੰਜਾਬ ਭਰ ਦੇ ਵਿੱਚ ਵੀ, ਅਤੇ ਉਸ ਸਮੇਂ ਜਿਹੜਾ ਪੰਜਾਬ ਆਪਾਂ ਜਾਣਦੇ ਹਾਂ ਵੀ ਕਿੱਥੋਂ ਤੱਕ ਫੈਲਿਆ ਸੀ। ਬਿਲਕੁਲ ਜੀ, ਬਿਲਕੁਲ ਬਿਲਕੁਲ। 47 ਤੋਂ ਪਹਿਲਾਂ 47 ਤੋਂ ਪਹਿਲਾਂ ਦਾ ਇੱਕ ਬਹੁਤ ਵੱਡਾ ਪੰਜਾਬ ਸੀਗਾ ਜੀ, ਹੁਣ ਤਾਂ ਇੱਕ ਪੰਜਾਬੀ ਰਹਿ ਗਈ ਹੈ ਜੀ। ਤੇ ਉਹ ਸਾਰੀ ਥਾਵਾਂ ਤੇ ਜਾ ਕੇ ਉਹਨਾਂ ਨੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਤੇ ਘਰ ਘਰ ਦੇ ਵਿੱਚ ਜਾ ਕਰਕੇ ਉਹਨਾਂ ਨੇ ਗੁਰਮਤਿ ਦਾ ਸੰਦੇਸ਼ ਦਿੱਤਾ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਜਿਵੇਂ ਗੁਰਦੁਆਰਾ ਸਾਹਿਬ ਤੇ ਬਹੁਤ ਸਾਰੇ ਉਹਨਾਂ ਨੇ ਗੁਰਦੁਆਰੇ ਸਾਹਿਬ ਜਿਹੜੇ ਸੀ ਉਹ ਬਣਵਾਏ ਆ। ਉਹਨਾਂ ਵਿੱਚੋਂ ਜਿਵੇਂ ਕਹਿ ਲਓ ਕਿ ਆਪਾਂ ਰਾਏਪੁਰ ਜਾਂਦੇ ਹਾਂ ਕਾਲੀਆਣਾ ਸਾਹਿਬ, ਜੀ, ਉਹ ਉਹਨਾਂ ਨੇ ਉੱਥੇ ਕਹਿ ਲਓ ਵੀ ਪ੍ਰਗਟ ਕਰਕੇ ਨਿਸ਼ਾਨ ਸਾਰੇ ਦੱਸ ਕੇ ਤੇ ਜਿਹੜਾ ਉਸ ਸਮੇਂ ਦਾ ਕੋਈ ਸੀ ਰਾਜਾ ਉੱਥੋਂ ਦਾ, ਤੇ ਉਹਨੂੰ ਨਾਲ ਕਹਿ ਕੇ ਤੇ ਉਹ ਸਾਰਾ ਉੱਥੋਂ ਦਾ ਪ੍ਰਬੰਧ ਕਰਾਇਆ। ਆਪ ਬਾਬਾ ਜੀ ਉੱਥੇ ਹੱਥੀਂ ਸੇਵਾ ਕਰਦੇ ਰਹੇ ਜੀ। ਉਹ ਗੁਰਦੁਆਰਾ ਸਾਹਿਬ ਇਹਨਾਂ ਨੇ ਬਣਵਾਇਆ ਸੀ। ਔਰ ਇੰਨੀ ਮੁਹੱਬਤ ਉਸ ਅਸਥਾਨ ਦੇ ਨਾਲ, ਅੱਗੇ ਦੱਸਾਂਗੇ ਵੀ ਉਹਨਾਂ ਨੇ ਜਦੋਂ ਅੰਤਮ ਸਵਾਸ ਲਿਆ ਬਾਬਾ ਜੀ, ਉਹ ਕਹਿੰਦੇ ਮੇਰਾ ਸੰਸਕਾਰ ਉੱਥੇ ਕਰਨਾ, ਔਰ ਸੰਸਕਾਰ ਇਹਨਾਂ ਨੂੰ ਉੱਥੇ ਹੋਇਆ ਸੀ। ਮਤਲਬ ਕਿ ਬਾਬਾ ਜੀ ਦਾ ਜਿਹੜਾ ਅੰਤਮ ਸੰਸਕਾਰ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਕਰਵਾਇਆ ਗਿਆ ਸੀ। ਬਾਬਾ ਜੀ ਦੀ ਖੁਦ ਹੀ ਇਹ ਇੱਛਾ ਜ਼ਾਹਰ ਕੀਤੀ ਸੀ ਉਹਨਾਂ ਨੇ ਵੀ ਮੇਰਾ ਜਿਹੜਾ ਅੰਤਮ ਰਸਮਾਂ ਜਿਹੜੀਆਂ ਹੁਣ ਉਹ ਟਾਹਲੀਆਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਹੋਣ। ਅੱਛਾ ਬਾਬਾ ਜੀ ਤੁਸੀਂ ਸਾਨੂੰ ਹੁਣ ਇਹ ਦੱਸੋ ਵੀ ਜਿਹੜਾ ਇੱਥੇ ਤਪ ਸਥਾਨ ਤੁਸੀਂ ਹੁਣ ਸੇਵਾ ਕਰਦੇ ਆ, ਇੱਥੇ ਤੁਸੀਂ ਕੀ ਕੁਝ ਬੱਚਿਆਂ ਨੂੰ ਕੋਈ ਸਿੱਖਣ ਵਾਸਤੇ ਜਾਂ ਤੁਸੀਂ ਕੋਈ ਟਿਊਸ਼ਨ ਵਿਦਿਆਲਾ ਕੋਈ ਖੋਲ੍ਹਿਆ ਹੋਇਆ ਹੈਗਾ? ਹਾਂਜੀ, ਇੱਥੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਸੇਵਾ ਮਿਲੀ ਹੋਈ ਮਹਾਰਾਜ ਜੀ ਦੀ, ਔਰ ਪਿੰਡ ਦੇ ਕਹਿ ਲਓ ਮੋਤਬਰ ਸੱਜਣ ਪ੍ਰਬੰਧਕ ਕਮੇਟੀ ਹੋ ਗਈ, ਹੋਰ ਵੀ ਗੁਰਮੁਖ ਪਿਆਰੇ ਨਾਲ ਮਿਲ ਕੇ ਇੱਥੇ ਗੁਰਮਤਿ ਦੀ ਪੜ੍ਹਾਈ ਵੀ ਜਿਉਂ ਦੀ ਤਿਉਂ ਦਿੱਤੀ ਜਾ ਰਹੀ ਹੈ।
ਜਿਸ ਤਰ੍ਹਾਂ ਬਾਬਾ ਜੀ ਹੁਣੇ ਸਿਖਲਾਈ ਦੇ ਰਹੇ ਸੀਗੇ ਗੁਰਮਤਿ ਦੇ ਬਾਰੇ, ਉਵੇਂ ਮਤਲਬ ਤੁਸੀਂ ਵੀ ਉਹ ਪਰੰਪਰਾ ਚਾਲੂ ਰੱਖੀ ਹੋਈ ਹਾਂ ਹੈ? ਬਿਲਕੁਲ ਜੀ, ਇੱਥੇ ਉਸੇ ਤਰੀਕੇ ਨਾਲ ਹੀ ਗੁਰਮਤਿ ਦੀ ਪੜ੍ਹਾਈ, ਜਿਵੇਂ ਵਿਦਿਆਲਿਆਂ ਵਿੱਚ ਜੋ ਵੀ ਗੁਰਮਤਿ ਦੀ ਸਿਖਲਾਈ ਦਿੱਤੀ ਜਾਂਦੀ, ਜਿਹਦੇ ਵਿੱਚ ਖਾਸ ਕਰਕੇ ਗੁਰਬਾਣੀ ਦੀ ਸੰਥਿਆ, ਗੁਰਮਤਿ ਦੀ ਰਹੁ ਰੀਤੀ, ਹੋਰ ਕਥਾ ਹੋ ਗਈ, ਕੀਰਤਨ ਹੋ ਗਏ, ਇਤਿਆਦਿ ਜਿਹੜੀਆਂ ਸਿਖਲਾਈਆਂ ਨੇ, ਸ਼ਸਤਰ ਵਿੱਦਿਆ ਹੈ, ਉਹ ਇੱਥੇ ਸਾਰੀ ਸਿਖਲਾਈ ਦਿੱਤੀ ਜਾ ਰਹੀ ਹੈ। ਬਾਬਾ ਜੀ ਇਸ ਟਾਈਮ ਤੁਹਾਡੇ ਕੋਲ ਕਿੰਨੇ ਬੱਚੇ ਆਉਂਦੇ ਹੈ? ਇੱਥੇ ਜੇ ਆਪਣੇ ਕੋਲ ਪਹਿਲਾਂ ਤਾਂ ਆਸੇ-ਪਾਸੇ ਤੋਂ ਦੂਰ ਦਰੇਡਿਓਂ ਬਹੁਤ ਸਾਰੇ ਵਿਦਿਆਰਥੀ ਪੜ੍ਹ ਕੇ ਵਿਚਰ ਗਏ ਹੈ। ਇੱਥੋਂ ਤੱਕ ਕਿ ਮਹਾਰਾਜ ਦੀ ਕਿਰਪਾ ਨਾਲ ਪੰਛੀ ਹਰਿਦੁਆਰ ਤੋਂ ਵੀ ਕੁਝ ਸਾਧੂ ਸੰਤ ਆ ਕੇ ਗੁਰਮਤਿ ਦੀ ਵਿੱਦਿਆ ਲੈ ਕੇ ਗਏ, ਔਰ ਇੱਥੋਂ ਆਸੇ-ਪਾਸੇ ਪਿੰਡਾਂ ਦੇ ਵਿੱਚੋਂ ਵੀ, ਇਸ ਪਿੰਡ ਵਿੱਚੋਂ ਵੀ ਕੁਝ ਬੱਚੇ ਆਉਂਦੇ ਆ, ਸਿਆਣੇ ਵੀ ਲੋਕ ਜਿਹੜੇ ਆਉਂਦੇ ਆ, ਬਹੁਤ ਸਾਰੇ ਸੰਥਿਆ ਗੁਰਬਾਣੀ ਵੀ ਲੈ ਰਹੇ ਨੇ। ਬਾਬਾ ਜੀ ਅਸੀਂ ਤੁਹਾਡੇ ਕੋਲ ਦੁਬਾਰਾ ਫੇਰ ਆਉਂਦੇ ਹਾਂ। ਆਪਾਂ ਕੁਝ ਪਿੰਡ ਦੇ ਪਤਵੰਤੇ ਸੱਜਣ ਸਾਡੇ ਨਾਲ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਾਨੂੰ ਤੁਸੀਂ ਦੱਸੋ, ਜਿਹੜੇ ਪਿੰਡ ਦੇ ਵਿੱਚ ਕਾਫੀ ਕੰਮ ਤੁਸੀਂ ਬਾਬਾ ਜੀ ਦੇ ਨਾਮ ਤੇ ਚਲਾ ਰਹੇ ਹੋ, ਉਹਦਾ ਕੀ ਕਾਰਨ? ਹਾਂਜੀ, ਸਭ ਤੋਂ ਪਹਿਲਾਂ ਜੀ ਮਹਾਂਪੁਰਸ਼ਾਂ ਦੀ ਕਿਰਪਾ ਜੀ, ਬੈਕਗ੍ਰਾਉਂਡ ਨਗਰ ਜਹਾਂ ਸੰਤ ਬਾਸਾ, ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਸਿਸਟਮ ਚੱਲ ਰਿਹਾ ਜੀ। ਅਸੀਂ ਨਹੀਂ ਚਲਾ ਰਹੇ, ਅਸੀਂ ਤਾਂ ਇੱਥੋਂ ਦੇ ਝਾੜੂਦਾਰ ਹਾਂ ਜੀ। ਅਤੇ ਬਾਕੀ ਹੁਣ ਸੇਵਾਵਾਂ ਸ਼ੁਰੂ ਹੋਈਆਂ ਨੇ ਜੀ। ਸਭ ਤੋਂ ਪਹਿਲਾਂ ਬਾਬਾ ਜੀ ਦੇ ਘਰ ਕੂਲਰ ਦੀ ਸੇਵਾ ਹੋਈ ਹੈ ਜੀ। ਫਿਰ ਅਸੀਂ ਲੰਗਰ ਹਾਲ ਦੀ ਸੇਵਾ ਮਹਾਰਾਜ ਨੇ ਕਿਰਪਾ ਬਾਬਾ ਜੀ ਨੇ ਕੀਤੀ ਹੈ ਜੀ, ਉਹਨਾਂ ਦੀ ਥਰੂ। ਲੰਗਰ ਹਾਲ ਦੀ ਸਾਰੀ ਟਾਈਲ ਦਾ ਹਜੇ ਵੀ ਰੰਗ ਦਾ ਚੱਲ ਰਿਹਾ ਜੀ। ਪਲੱਸ ਦਰਬਾਰ ਸਾਹਿਬ ਦੇ ਬਾਹਰ ਸਾਈਡ ਵੀ ਟਾਈਲ ਦਾ ਹੋ ਰਿਹਾ ਜੀ। ਜੀ, ਤੇ ਇਹ ਸੇਵਾਵਾਂ ਹੁਣ ਜਾਰੀ ਨੇ ਜੀ। ਫਿਰ ਅਗਲੀਆਂ ਅਸੀਂ ਇਹ ਖਤਮ ਹੋਈਆਂ ਤੋਂ ਸ਼ੁਰੂ ਕਰਾਂਗੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਇਸ ਬਾਬਾ ਭਗਤ ਸਿੰਘ ਟਰਸਟ ਕਮੇਟੀ ਦੇ ਤੁਸੀਂ ਪ੍ਰੈਜ਼ੀਡੈਂਟ ਹੋ। ਹਾਂਜੀ, ਪ੍ਰਧਾਨ ਹੋਣ ਦੇ ਨਾਤੇ ਤੁਸੀਂ ਆਪਣੀ ਪ੍ਰਧਾਨਗੀ ਦੇ ਵਿੱਚ ਪਿੰਡ 'ਚ ਜਾਂ ਗੁਰਦੁਆਰਾ ਸਾਹਿਬ ਲਈ ਕਿਹੜੇ-ਕਿਹੜੇ ਕੰਮ ਤੁਸੀਂ ਹੁਣ ਤੱਕ ਕਰਵਾ ਚੁੱਕੇ ਆ ਤੇ ਕਿਹੜੇ-ਕਿਹੜੇ ਕੰਮ ਅੱਗੇ ਸੋਚੇ ਹੈ ਜਿਹੜੇ ਕਰਵਾਉਣੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਹੁਤ ਸਾਰੇ ਕੰਮ ਅਧੂਰੇ ਪਏ ਸਨ, ਕਿਉਂਕਿ ਕੋਈ ਕਮੇਟੀ ਦਾ ਵਿਸਥਾਰ ਨਹੀਂ ਸੀ। ਜੀ, ਗੁਰੂ ਦੀ ਕਿਰਪਾ ਦੇ ਨਾਲ ਹੁਣ ਕਿ ਕਮੇਟੀ ਦਾ ਵਿਸਥਾਰ ਹੋਇਆ, ਬੜੇ ਵਧੀਆ ਕੰਮ ਚੱਲ ਰਹੇ ਆ। ਬਿਲਡਿੰਗ ਦੀ ਸਾਰੀ ਦੀ ਕਾਰ ਸੇਵਾ ਚੱਲ ਰਹੀ ਹੈ, ਕਿਉਂਕਿ ਇਹ ਚਿਰ ਤੋਂ ਇਹਦੀ ਮੇਨਟੇਨੈਂਸ ਨਹੀਂ ਹੋ ਰਹੀ ਸੀ। ਹੁਣ ਬੜੇ ਵਿਸਥਾਰ ਦੇ ਨਾਲ, ਸੰਗਤਾਂ ਦੀ ਕਿਰਪਾ ਦੇ ਨਾਲ ਬੜੀ ਵਧੀਆ ਸੇਵਾ ਹੋ ਰਹੀ ਹੈ। ਅਸੀਂ ਪਹਿਲਾਂ ਮੁੱਖ ਦੁਆਰ ਜੋੜੀ ਉਹ ਤਿਆਰ ਕਰਵਾਈ, ਉਸ ਤੋਂ ਬਾਅਦ ਬਰਤਨ ਸਾਫ਼ ਕਰਨ ਲਈ ਜਗ੍ਹਾ ਨਹੀਂ ਸੀਗੀ, ਉਹ ਪੁਰਾਣੀ ਜਗ੍ਹਾ ਸੀ, ਉਹ ਵੀ ਨਵੇਂ ਸਿਰਿਓਂ ਉਹਦੀ ਦਿੱਖ ਦਿੱਤੀ ਹੈ। ਬੜਾ ਸੋਹਣਾ ਸਿਸਟਮ ਚਲਾਇਆ। ਫਿਰ ਉਸ ਤੋਂ ਬਾਅਦ ਲੰਗਰ ਹਾਲ ਦੀ ਸਿਫਾਰਸ਼ ਜਿਹੜੀ ਅਧੂਰੀ ਸੀ, ਉਹ 'ਤੇ ਤਕਰੀਬਨ ਅਸੀਂ 9 ਲੱਖ ਰੁਪਏ ਲਾ ਚੁੱਕੇ ਹਾਂ ਅਤੇ ਪੇਂਟਿੰਗ ਵਗੈਰਾ ਵੀ ਹੋ ਰਹੀ ਹੈ। ਉਸ ਤੋਂ ਬਾਅਦ ਅਸੀਂ ਜਿਹੜਾ ਦਰਬਾਰ ਹਾਲ ਆ, ਉਸ ਦੇ ਬਾਹਰਲੇ ਪਾਸੇ ਵੀ ਟਾਈਲਾਂ ਲਗਾ ਰਹੇ ਹਾਂ ਤਾਂ ਕਿ ਇਹ ਸੁੰਦਰ ਹੋ ਸਕੇ, ਇਹਦੀ ਦਿੱਖ ਵਧੀਆ ਬਣ ਸਕੇ। ਸੰਗਤ ਦੀ ਬਹੁਤ ਸਾਰੀ ਕਿਰਪਾ ਵਾ। ਹੋਰ ਵੀ ਇਸ ਤੋਂ ਬਾਅਦ ਅਸੀਂ ਜਿਹੜੇ ਕੰਮ ਰਹਿੰਦੇ ਆ ਉਹ ਕਰਾਵਾਂਗੇ। ਮਹਾਂਪੁਰਸ਼ਾਂ ਦੀ ਯਾਦ ਵਿੱਚ ਸਾਡੀ ਇੱਕ ਪਾਰਕ ਵੀ ਬਣਾਈ ਹੋਈ ਹੈ, ਜੋ ਸੰਗਤਾਂ ਦੇ ਲਈ ਬੜਾ ਵਧੀਆ ਉਪਰਾਲਾ ਹੈ। ਸਵੇਰੇ ਸੈਰ ਕਰਦੀ ਹੈ ਸੰਗਤ, ਉੱਥੇ ਆ ਕੇ ਆਪਣਾ ਸਵੇਰ ਦਾ ਵਕਤ ਆ ਜਿਹੜਾ ਗੁਜ਼ਾਰਦੀ ਹੈ। ਤੁਸੀਂ ਹੁਣੇ ਕਹਿ ਕੇ ਹਟੇ ਵੀ ਪਾਰਕ ਤਿਆਰ ਕੀਤੀ ਹੈ। ਪਾਰਕ ਦੇ ਵਿੱਚ ਕਿਹੜੇ-ਕਿਹੜੇ ਬੂਟੇ ਲਗਾਏ ਆ? ਛਾਂਦਾਰ, ਫਲਦਾਰ ਜਾਂ ਮਤਲਬ ਕਿ ਤੁਸੀਂ ਆਯੁਰਵੈਦਿਕ ਬੂਟੇ ਲਗਾਏ ਆ? ਪਾਰਕ ਦੇ ਵਿੱਚ ਗੱਦੀ ਘਾਹ ਲਵਾਇਆ ਜੀ, ਛਾਂਦਾਰ ਵੀ ਲਗਾਏ ਆ, ਫਲਦਾਰ ਵੀ ਲਗਾਏ ਆ, ਫੁੱਲਦਾਰ ਵੀ ਲਗਾਏ ਆ, ਹਰ ਤਰ੍ਹਾਂ ਦੀ ਵੈਰਾਈਟੀ ਹੈ। ਤੋ ਇਹ ਸਨ ਪ੍ਰਧਾਨ ਜੀ ਸਾਡੇ ਨਾਲ, ਇਹਨਾਂ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਇਹਨਾਂ ਨੇ ਦੱਸਿਆ ਵੀ ਕਿਹੜੇ-ਕਿਹੜੇ ਕੰਮ ਕਰਾਇਆ। ਸਾਡੇ ਨਾਲ ਇੱਕ ਹੋਰ ਵੀਰ ਜੀ ਪਿੰਡ ਤੋਂ ਜੁੜੇ ਆ। ਵੀਰ ਜੀ ਸਤਿ ਸ਼੍ਰੀ ਅਕਾਲ। ਤੁਸੀਂ ਪਹਿਲਾਂ ਆਪਣਾ ਸਾਨੂੰ ਨਾਮ ਦੀ ਜਾਣਕਾਰੀ ਦਿਓ। ਠੀਕ ਹੈ ਜੀ। ਵੀਰ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਮਤਲਬ ਤੁਸੀਂ ਵੀ ਇਸ ਪ੍ਰਬੰਧਕ ਕਮੇਟੀ ਦੇ ਵਿੱਚ ਆ, ਤੁਸੀਂ ਹੁਣ ਪਿੰਡ ਦੇ ਵਿੱਚ ਬਾਬਾ ਜੀ ਦੇ ਜਿਹੜਾ ਜੱਦੀ ਘਰ ਆ ਉਹਨੂੰ ਤਿਆਰ ਕਰਵਾ ਰਹੇ ਹੋ, ਉਹਦੇ ਵਿੱਚ ਕੀ ਸਹਿਯੋਗ ਤੁਹਾਨੂੰ ਬਾਹਰਲੀ ਸੰਗਤ ਤੋਂ ਮਿਲਿਆ? ਕੀ ਤੁਸੀਂ ਆਪਣੇ ਪਿੰਡ ਦੇ ਸਹਿਯੋਗ ਨਾਲ ਕਰ ਰਹੇ ਹੋ ਜਾਂ ਮਤਲਬ ਤੁਸੀਂ ਸਿਰਫ ਮਤਲਬ ਕਿ NRI ਵੀਰਾਂ ਦੇ ਡਿਪੈਂਡੈਂਟ? ਨਹੀਂ ਜੀ, ਉਹ ਸਾਰੀ ਪਿੰਡ ਦੀ ਸੰਗਤ, ਇਲਾਕੇ ਦੀ ਸੰਗਤ ਪਲੱਸ NRI ਵੀ ਸਾਰਿਆਂ ਦੀ ਸੇਵਾ ਦੇ ਨਾਲ ਕੰਮ ਚੱਲ ਰਿਹਾ। ਠੀਕ ਹੈ ਜੀ। ਸ਼ੁਰੂ ਕਰ ਰਹੇ ਹਾਂ ਔਰ ਬਹੁਤ ਵਧੀਆ ਵਧੀਆ ਤਰੀਕੇ ਨਾਲ ਕਰਾਂਗੇ, ਸਿਸਟਮੈਟਿਕ ਕਰਾਂਗੇ। ਬੜਾ ਵਧੀਆ ਹੋ ਰਿਹਾ ਹੈਗਾ ਤੇ ਸਾਰੀ ਸੰਗਤ ਨੂੰ ਸੇਵਾ ਕਰ ਵੀਰ ਜੀ ਤੇ ਉਹ ਤੇ ਸਾਨੂੰ ਤੁਸੀਂ ਦੱਸ ਚੁੱਕੇ ਆ ਵੀ ਉੱਥੇ ਆਪਾਂ ਇੱਕ ਅਜਾਇਬ ਘਰ ਤਿਆਰ ਕਰਨਾ ਹੈ, ਜਿਹੜੇ ਬਾਬਾ ਜੀ ਦੇ ਨਾਲ ਸੰਬੰਧਿਤ ਸਮਾਨ ਜੋ ਹੋਏਗਾ ਉੱਥੇ ਰੱਖਾਂਗੇ। ਪਰ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਤੁਸੀਂ ਉਹਦੇ ਵਿੱਚ ਕੋਈ ਉੱਥੇ ਵੀ ਕੋਈ ਕਮੇਟੀ ਖੜੀ ਕਰੋਗੇ ਜਾਂ ਇਹੀ ਕਮੇਟੀ ਦੇ ਅੰਡਰ ਕੰਮ ਚੱਲੇਗਾ? ਨਹੀਂ ਜੀ, ਬਿਲਕੁਲ ਇਹੀ ਕਮੇਟੀ ਦੇ ਅੰਡਰ ਚੱਲੂਗਾ।
ਜੋ ਵੀ ਹੋਊਗਾ ਇਸ ਕਮੇਟੀ ਦੀ ਸਹਿਮਤੀ ਨਾਲ, ਪਿੰਡ ਦੀ ਸਹਿਮਤੀ ਨਾਲ, ਪੰਚਾਇਤ ਦੀ ਸਹਿਮਤੀ ਨਾਲ ਕੰਮ ਕੀਤਾ ਜਾਊਗਾ ਤੇ ਬਿਲਕੁਲ ਸਾਫ਼ ਸੁਥਰਾ ਔਰ ਵਧੀਆ, ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ, ਪਿੰਡ ਦਾ ਪਿਆਰ ਏਕਾ ਬਣਾਇਆ। ਵੀਰ ਜੀ ਇੱਕ ਗੱਲ ਹੋਰ ਆ, ਤੁਹਾਡੇ ਪਿੰਡ ਦੇ ਵਿੱਚ ਕਾਫੀ ਕੰਮ ਤੁਸੀਂ ਜਿਹੜੇ ਹੈਗੇ, ਜਿਸ ਤਰ੍ਹਾਂ ਕਿ ਟੂਰਨਾਮੈਂਟ ਵੀ ਕਰਾਉਣੇ ਆ, ਬੱਚਿਆਂ ਨੂੰ ਜਿਮ ਵੀ ਬਣਾ ਕੇ ਦਿੱਤੀ ਆ ਤੁਸੀਂ ਬਾਬਾ ਜੀ ਦੇ ਨਾਮ ਦੇ ਉੱਤੇ, ਟੂਰਨਾਮੈਂਟ ਵੀ ਬਾਬਾ ਜੀ ਦੇ ਨਾਮ ਤੇ ਕਰਾਉਣੇ ਆ, ਕਬੱਡੀ ਓਪਨ ਹੁੰਦੀ ਆ ਤੁਹਾਡੀ, ਕੋਈ ਹੋਰ ਵੀ ਤੁਸੀਂ ਕੋਈ ਇਹੋ ਜਿਹਾ ਉਪਰਾਲਾ ਕਰ ਰਹੇ ਹੋ? ਹੋਰ ਵੀ ਅਸੀਂ ਬੱਚਿਆਂ ਦੇ ਕੋਸ਼ਿਸ਼ ਕਰ ਰਹੇ ਹਾਂ ਵੀ ਨਸ਼ੇ ਤੋਂ ਬਚਣ ਤੇ ਹਰ ਤਰੀਕੇ ਨਾਲ NRI ਵੀ ਸਾਡੀ ਹੈਲਪ ਕਰ ਰਹੇ ਆ ਤੁਹਾਡੀ? ਹੈਲਪ ਕਰ ਰਹੇ ਆ ਪੂਰੀ ਤਨ ਮਨ ਨਾਲ, ਜੇ ਵੀ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬਚਾਇਆ ਜਾ ਸਕੇ ਉਹ ਜਿਹਾ ਅਸੀਂ ਵੱਧ ਤੋਂ ਵੱਧ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਕੋਈ ਨਵੇਂ ਤਰੀਕੇ ਬਣਾ ਕੇ ਕਰੀਏ। ਤੇ ਬਾਕੀ ਵਾਤਾਵਰਨ ਵਾਸਤੇ ਅਸੀਂ ਵੀ ਬੂਟੇ ਵੱਧ ਤੋਂ ਵੱਧ ਲਾਉਣ ਦੀ ਉਹਨੂੰ ਉਹ ਇੱਕ ਆਂਕੀ ਆ, ਮਤਲਬ ਤੇ ਪਿੰਡ ਵੱਧ ਵਿੱਚ ਤੋਂ ਇੱਕ ਵੱਧ ਮੁਹਿੰਮ ਪਿੰਡ ਤੁਸੀਂ ਚਲਾ ਚੁੱਕੇ ਚਲਾ ਚੁੱਕੇ ਹਾਂ। ਹੁਣ ਅਸੀਂ ਕੱਲ੍ਹ ਬੂਟੇ ਲੈ ਕੇ ਆਏ 100-150 ਬੂਟਾ, ਤੇ ਮੈਂ ਖੁਦ ਵੀ ਲਾਇਆ ਹੋਇਆ, ਘਰ ਦੇ ਵਿੱਚ 150 ਬੂਟਾ ਮੇਰਾ ਵੀ ਲਾਇਆ ਹੋਇਆ। ਬੂਟੇ ਤੁਸੀਂ ਕਾਹਦੇ ਲੈ ਕੇ ਆਉਂਦੇ ਸੀ? ਬੂਟੇ ਅਸੀਂ ਸਾਰੇ ਲਿਆਂਦੇ ਆ ਜੀ, ਫਲਦਾਰ ਵੀ, ਛਾਂਦਾਰ ਵੀ, ਇੱਥੇ ਛਾਂ ਦੀ ਤੇ ਫਲਾਂ ਉਹਦੀ ਬਹੁਤ ਘਾਟ ਸੀ। ਠੀਕ ਹੈ ਜੀ। ਉਹਨੂੰ ਮੈਂ ਤਰੀਕੇ ਨਾਲ ਅਸੀਂ ਵਧੀਆ ਸੈਟਲਮੈਂਟ ਕਰਕੇ ਲਵਾ ਕੇ ਵਾਤਾਵਰਨ ਸਭ ਦਾ ਵੀ ਉਹ ਕਰਾਂਗੇ। ਵੀਰ ਜੀ ਤੁਸੀਂ ਪਿੰਡ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਟੂਰਨਾਮੈਂਟ ਵੀ ਕਰਾਉਨੇ ਆ, ਬਾਬਾ ਜੀ ਦੇ ਨਾਮ ਤੇ ਜਿਮ ਵੀ ਖੋਲ੍ਹੇ ਹੋਏ ਆ, ਤੁਸੀਂ ਪਿੰਡ ਦੇ ਵਿੱਚ ਤੁਹਾਡੇ ਸੰਸਥਾਵਾਂ ਹੋਰ ਵੀ ਬਹੁਤ ਚੱਲ ਰਹੀਆਂ ਹੈਗੀਆਂ, ਪਰ ਪਿੰਡ ਦੇ ਵਿੱਚ ਕੋਈ ਜਿਵੇਂ ਹੁਣ ਅੱਜ ਜਿਹੜਾ 6ਵਾਂ ਦਰਿਆ ਚੱਲ ਰਿਹਾ, ਨਸ਼ੇ ਦਾ ਦੌਰ ਚੱਲ ਰਿਹਾ ਹੈਗਾ, ਤੁਸੀਂ ਉਸ ਦੇ ਲਈ ਬੱਚਿਆਂ ਨੂੰ ਬਚਾਉਣ ਵਾਸਤੇ ਜਾਂ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਿਆਂ ਵਾਸਤੇ ਕੋਈ ਇਹੋ ਜਿਹੀ ਮੁਹਿੰਮ ਚਲਾਈ ਹੈ ਜਿਹੜਾ ਕਿ ਉਹਨਾਂ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਕਰ ਰਹੇ ਹੋ? ਹਾਂ, ਸਭ ਤੋਂ ਪਹਿਲਾਂ ਜੀ ਪਹਿਲਾਂ ਵੀ ਮੈਂ ਕਹਿ ਚੁੱਕਿਆ ਜੀ, ਬੈਕਕਾਉਂਟ ਨਗਰ ਜਹਾਂ ਸੰਤ ਵਾਸਾ, ਜਿੱਥੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਵਾਸਾ ਜਿਸ ਨਗਰ ਵਿੱਚ ਹੈ, ਉੱਥੇ ਨਸ਼ੇ ਦੀ ਤਾਂ ਨਹੀਂ ਚੱਲਣਾ ਚਾਹੀਦਾ। ਨਸ਼ੇ ਨੂੰ ਰੋਕਣ ਵਾਸਤੇ ਸਾਡੇ ਤਕਰੀਬਨ ਬਾਬਾ ਜੀ ਸਾਡੇ ਭਾਈ ਜਗਤਾਰ ਸਿੰਘ ਜੀ, ਉਹ ਵੀ ਸਵੇਰੇ ਵੀ ਔਰ ਸ਼ਾਮ ਨੂੰ ਵੀ, ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲਦੀ ਹੈ ਜੀ 5 ਤੋਂ 6, ਸ਼ਾਮੀ ਇਤਿਹਾਸਕ ਕਥਾ ਚੱਲਦੀ ਹੈ ਜੀ। ਬਾਕੀ ਹੋਰ ਪਿੰਡ ਦੇ ਬੰਦਿਆਂ ਤੋਂ ਵੀ ਇਹ ਮਤਲਬ ਨਸ਼ੇ ਦੇ ਖਿਲਾਫ ਸਾਡੇ ਛੋਟੇ ਵੀਰ ਜੋਗਿੰਦਰ ਸਿੰਘ ਉਹ ਵੀ ਕਾਫੀ ਪ੍ਰੇਰਿਤ ਕਰਦੇ ਨੇ ਬੱਚਿਆਂ ਨੂੰ। ਬਾਬਾ ਫਤਿਹ ਸਿੰਘ ਅਕੈਡਮੀ, ਗੱਤਕਾ ਅਕੈਡਮੀ ਖੋਲ੍ਹ ਰੱਖੀ ਹੈ ਜੀ, ਬੱਚਿਆਂ ਨੂੰ ਉਸ ਲਾਈਨ 'ਤੇ ਲਾਈਏ ਵੀ ਅੱਗੇ ਵੱਡੇ ਹੋ ਕੇ ਮਤਲਬ ਨਸ਼ੇ ਵੱਲ ਨਾ ਜਾਣ। ਬਾਕੀ ਕਥਾ ਕੀਰਤਨ ਢਾਡੀ ਦਰਬਾਰ ਹੁੰਦਾ ਜੀ, ਜਦੋਂ ਇੱਥੇ ਮੱਸਿਆ ਦਾ ਪ੍ਰੋਗਰਾਮ ਹੁੰਦਾ ਜੀ, ਇਹ ਚੀਜ਼ਾਂ ਕਰਕੇ ਅਸੀਂ ਨਸ਼ੇ ਤੋਂ ਬੱਚਿਆਂ ਨੂੰ ਰਹਿਤ ਕਰਨਾ ਚਾਹੁੰਦੇ ਹਾਂ। ਇਹ ਸਾਰੀ ਕਮੇਟੀ ਦਾ ਪਲੱਸ ਨਗਰ ਦਾ ਸਹਿਯੋਗ ਹੈ। ਬਾਬਾ ਜੀ ਸਾਨੂੰ ਹੁਣ ਤੁਸੀਂ ਜਾਂਦੇ ਇੱਕ ਛੋਟਾ ਜਿਹਾ ਸਾਨੂੰ ਤੁਸੀਂ ਦੱਸੋ ਕਿ ਅਸੀਂ ਹੁਣ ਦਰਬਾਰ ਦੇ ਵਿੱਚ ਤੁਸੀਂ ਜਿਹੜਾ ਕੀਰਤਨ ਦਰਬਾਰ ਹੁੰਦਾ ਜਾਂ ਮਤਲਬ ਢਾਡੀ ਦਰਬਾਰ ਕਰਾਉਨੇ ਆ, ਉਸ ਦੇ ਵਿੱਚ ਤੁਸੀਂ ਮਤਲਬ ਸਾਰਾ ਜਿਹੜਾ ਫੰਡਿੰਗ ਦਾ ਖਰਚਾ ਜਿਹੜਾ ਦਰਬਾਰ ਦਾ ਹੁੰਦਾ ਜਾਂ ਮਤਲਬ ਬਾਹਰੋਂ ਕੋਈ ਸੰਗਤ ਦਾ ਸਹਿਯੋਗ ਵੀ ਹੁੰਦਾ? ਇਹਦੇ ਵਿੱਚ ਜੋ ਕੁਝ ਵੀ ਇੱਥੇ ਕਹਿ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਐਕਟੀਵਿਟੀ ਆਪਣੀ ਚੱਲਦੀ ਹੈ, ਡੇਲੀ ਕਥਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਸਵੇਰੇ ਜਿਵੇਂ ਹੁਣ ਦੱਸਿਆ ਤੁਹਾਨੂੰ, ਸ਼ਾਮ ਨੂੰ ਗੁਰ ਇਤਿਹਾਸ ਨਾਲ ਪੜ੍ਹਾਈ ਵੀ ਜਾਂਦੀ ਹੈ। ਔਰ ਜਿਹੜੇ ਮੱਸਿਆ ਨੂੰ ਇੱਥੇ ਵਿਸ਼ੇਸ਼ ਕਰਕੇ ਸਮਾਗਮ ਹੁੰਦਾ, ਜਿਹਦੇ ਵਿੱਚ ਢਾਡੀ ਦਰਬਾਰ ਵੀ ਲੱਗਦਾ, ਕਥਾ ਹੁੰਦੀ ਹੈ, ਬਹੁਤ ਸੰਗਤ ਆਸੇ-ਪਾਸੇ ਨਗਰਾਂ ਦੀ ਇਕੱਠ ਹੁੰਦੀ ਹੈ। ਉਹਦੇ ਵਿੱਚ ਵਿਸ਼ੇਸ਼ ਕਰਕੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਆਪਣਾ ਸਹਿਯੋਗ ਸਾਰਾ ਦਿੰਦੇ ਆ, ਬਾਕੀ ਸੰਗਤ ਵੀ ਨਾਲ ਆਪਣਾ ਸਹਿਯੋਗ ਦਿੰਦੀ ਹੈ ਉਹਨਾਂ ਨੂੰ। ਤੇ ਬਾਬਾ ਜੀ ਤੁਸੀਂ ਵੀ ਬਾਬਾ ਜੀ ਦੀ ਬਰਸ਼ੀ ਜਾਂ ਬਾਬਾ ਜੀ ਦਾ ਕੋਈ ਜਨਮ ਦਿਹਾੜਾ ਮਨਾਉਂਦੇ ਆ ਤੁਸੀਂ? ਹਾਂਜੀ, ਉਹਨਾਂ ਦੇ ਸੰਬੰਧ ਵਿੱਚ ਜਦੋਂ ਵੀ ਕੋਈ ਜਿਵੇਂ ਉਹਨਾਂ ਦਾ ਜਨਮ ਦਿਹਾੜਾ ਤੇ ਜਦੋਂ ਉਹਨਾਂ ਦੀ ਬਰਸੀ, ਉਸ ਸੰਬੰਧ ਵਿੱਚ ਇੱਥੇ ਸਹਿਜ ਪਾਠ ਕੀਤੇ ਜਾਂਦੇ ਹਨ, ਪਾਠ ਸੰਗਤ ਕਰਦੀ ਹੈ ਤੇ ਉਹ ਮਨਾਏ ਜਾਂਦੇ। ਤੁਸੀਂ ਵੀ ਬਾਹਰ ਕੋਈ ਸਮਾਗਮਾਂ 'ਤੇ ਜਾਂਦੇ ਹੋ ਕੀਰਤਨੀ ਜੱਥਾ ਲੈ ਕੇ ਜਾਂ ਮਤਲਬ ਕੋਈ ਕਥਾਵਾਚਕ ਤੌਰ 'ਤੇ? ਕਥਾਵਾਚਕ ਤੌਰ 'ਤੇ ਜਦੋਂ ਕੋਈ ਕਿਤੋਂ ਬਾਹਰੋਂ ਸੰਗਤ ਕਹਿੰਦੀ ਹੈ ਉਸ ਸਮੇਂ ਜਾਈਦਾ। ਤੇ ਬਾਬਾ ਜੀ ਉਹਦਾ ਕੋਈ ਤੁਹਾਨੂੰ ਭੇਟਾ, ਕੋਈ ਚੜਾਵਾ ਤੁਹਾਡਾ ਕੋਈ ਰੱਖਿਆ ਹੋਇਆ, ਕੋਈ ਫੀਸ ਵਗੈਰਾ? ਨਹੀਂ, ਉਹਦਾ ਕੋਈ ਆਪਣਾ ਨਹੀਂ, ਉਹ ਸੰਗਤ ਅੱਗੋਂ ਦੇ ਪਿਆਰ ਨਾਲ ਭੁੱਲ ਦਿੰਦੀ ਹੈ ਤੇ ਉਹ ਸੰਗਤ ਨੂੰ ਸਰਕਾਰ ਦੇ ਨਾਲ ਉਹ ਚੀਜ਼ ਲੈਂਦੀ। ਉਹਨੇ ਕੋਈ ਇਹ ਫਿੱਟ ਨਹੀਂ ਕੀਤਾ ਹੋਇਆ ਵੀ ਇਹਨੇ ਪੈਸੇ ਨਹੀਂ ਦੇਣੇ ਜਿਹੜੇ ਤਾਂ ਕਥਾ ਕਰਾਂਗੇ। ਨਹੀਂ, ਜਿਵੇਂ ਮਤਲਬ ਵੀ ਤੇਲ ਪਾਣੀ ਦਾ ਖਰਚਾ ਤੇ ਫਿਰ ਆਪਾਂ ਲੈਂਦੇ ਹੀ ਹੋਵਾਂਗੇ ਨਾ। ਨਹੀਂ, ਜੇ ਕੋਈ ਦਵੇ ਤਾਂ, ਨਹੀਂ ਦਿੱਤਾ ਤਾਂ ਨਹੀਂ ਆਏਗਾ। ਹਾਂਜੀ। ਸੋ ਅੱਜ ਆਪਾਂ ਤਪਸਥਾਨ ਬਾਬਾ ਮਗਰ ਸਿੰਘ ਜੀ ਦੇ ਬੈਠੇ ਆ, ਆਪਾਂ ਸਾਰੀ ਜਾਣਕਾਰੀ ਕੋਸ਼ਿਸ਼ ਕੀਤੀ ਆ ਸਾਡੇ ਕੈਮਰੇ ਵਿੱਚ ਕੈਦ ਕਰਨੇ ਦੀ। ਜੇ ਕੋਈ ਦਾਸ ਤੋਂ ਜਾਂ ਹਰ ਸੰਗਤ ਤੋਂ ਕੋਈ ਗਲਤੀ ਬੋਲੀ ਗਈ ਹੋਵੇ ਤਾਂ ਅਸੀਂ ਸੰਗਤ ਤੋਂ ਮਾਫੀ ਚਾਹੁੰਦੇ ਆ, ਖਿਮਾ ਦਿਓ ਸਾਨੂੰ। ਦੇਖਦੇ ਰਹੋ ਤੁਸੀਂ, ਇਹੋ ਜਿਹੇ ਅਸੀਂ ਹੋਰ ਇਤਿਹਾਸਿਕ ਗੁਰਦੁਆਰੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ।
ਦੇਖਦੇ ਰਹੋ VTV ਵਿਰਸਾ ਪੰਜਾਬ। ਜਸਵੀਰ ਸਿੰਘ ਦੇ ਨਾਲ ਕੈਮਰਾਮੈਨ ਹਰਮਨ ਸਿੰਘ।